ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਣ ਜੋਗ ਦਇਆਲ ਹੈ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਾਈ ਮੈਂ ਕਿਹ ਬਿਦ ਲਖੋ ਗੁਸਾਈ, ਮਹਾ ਮੋਹ ਅਗਿਆਨ ਤਿਮਰ
ਮੋਹ ਮਨ ਰਹਿਓ ਉਰਜਾਈ। ਮਾਈ ਮੈਂ ਕਿਹ ਬਿਦ ਲਖੋ ਗੁਸਾਈ, ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ। ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਰ ਮਤ ਪਾਈ। ਬਿਖਿਆ ਸਕਤ ਰਹਿਓ ਨਿਸ ਬਾਸੁਰ, ਨਹਿ ਛੂਟੀ ਅਦਮਾਈ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਜਨ ਨਾਨਕ ਮੈਂ ਨਾਹੂ ਕੋ ਗੁਣ, ਰਾਖ ਲੇਹੋ ਸਰਨਾਈ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਜਨ ਨਾਨਕ ਮੈਂ ਨਾਹੂ ਕੋ ਗੁਣ, ਜਨ ਨਾਨਕ ਮੈਂ ਨਾਹਿ ਕੋ ਗੁਣ, ਰਾਖ ਲੇਹੋ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆਲਤਾ ਸਦਕਾ ਸਤਸੰਗ 10 ਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਪਵਿੱਤਰ ਰਸਨਾ ਤੋਂ ਰਾਗ ਸੂਰਠ ਦੇ ਅੰਦਰ ਪਵਿੱਤਰ ਉਪਦੇਸ਼ 5 ਸ਼ਬਦ ਸੰਪੂਰਨ ਹੋਏ ਹੈ। 6ਵਾਂ ਸ਼ਬਦ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਬਖਸ਼ਿਸ਼ ਕਰ ਰਹੇ ਨੇ। ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਆਰ ਬੈਰਾਗ ਦੀ ਮੂਰਤ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਜੀਆਂ ਨੂੰ ਵਿਕਾਰਾਂ ਤੋਂ ਸ਼ਾਂਤੀ ਪ੍ਰਾਪਤ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਮਾਣਿਆਂ ਨਿਤਾਣਿਆਂ ਨੂੰ ਸਤਿਗੁਰੂ ਜੀ ਸ਼ਰਨ ਦਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਭਲੇ ਲਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਅੰਤ ਮਹਾਰਾਜ ਨੇ ਪਰਉਪਕਾਰ ਕੀਤੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਰਾਗ ਸੋਰਠ ਅੰਦਰ ਆਪਣੀ ਅੰਮ੍ਰਿਤ ਰਸਨਾ ਤੋਂ ਹਜ਼ੂਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਸੱਚੇ ਪਾਤਸ਼ਾਹ ਮਹਾਰਾਜ ਇਹ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਆ ਹਜ਼ੂਰ ਸਤਿਗੁਰੂ ਜੀ ਦੇ ਅੱਗੇ। ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰੀਤ ਲੱਗੀ, ਜਿਹੋ ਜੀ ਉਹਨਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮਹਾਰਾਜ ਇਸ ਜਗਿਆਸਾ ਨੂੰ, ਇਸ ਬੇਨਤੀ ਨੂੰ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਉਚਾਰਨ ਕਰਦੇ ਹੈ ਕਿ ਸਾਨੂੰ ਸੁਖ ਲਈ, ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਲਈ ਕਿਹੜੀ ਅਰਦਾਸ ਕਰਨੀ ਚਾਹੀਦੀ ਹੈ। ਜਦੋਂ ਮਨ ਦੇ ਅੰਦਰ ਸਤ ਸੰਗਤ ਕਰਦਿਆਂ ਹੋਇਆਂ ਮਨ ਜਾਗ ਪੈਂਦਾ ਹੈ,
ਮਨ ਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ। ਵਾਹਿਗੁਰੂ ਨੂੰ ਮਿਲਣ ਵਾਸਤੇ ਮਨ ਤੜਪ ਉੱਠਦਾ ਹੈ। ਮਨ ਦੀਆਂ ਬੁਰਾਈਆਂ ਦਿਸ ਆਉਂਦੀਆਂ ਨੇ। ਉਸ ਗਿਆਨ ਕਾਲ ਵਿੱਚ ਭਾਵੇਂ ਸਾਰੇ ਔਗਣ ਨਾਸ਼ ਹੋ ਜਾਂਦੇ ਹੈ, ਪਰ ਫਿਰ ਵੀ ਜਿਹੜਾ ਚਿੱਤ ਦਾ ਬੁਰਾ ਸੁਭਾਅ ਅਗਿਆਨ ਕਾਲ ਵਿੱਚ ਰਿਹਾ ਹੁੰਦਾ ਹੈ, ਉਸ ਦੀ ਬਾਬਤ ਬੇਨਤੀਆਂ ਕਰਦੇ ਹੋਏ ਕਹਿੰਦੇ ਆ, ਮਹਾਰਾਜ ਇੰਨੇ ਚਿੱਕੜ ਵਿੱਚ, ਇੰਨੀ ਦਲਦਲ ਵਿੱਚ ਫਸੇ ਹੋਏ, ਆਪਨੇ ਕਿਰਪਾ ਕਰਕੇ ਮਹਾਰਾਜ ਇਸ ਪਾਪਾਂ ਦੇ ਚਿੱਕੜ ਤੋਂ ਬਾਹਰ ਕੱਢਿਆ। ਸੱਚੇ ਪਾਤਸ਼ਾਹ, ਸਾਡੀ ਹਾਲਤ ਇਹੋ ਜਿਹੀ ਹੈ ਕਿ ਮਹਾਰਾਜ ਸਾਨੂੰ ਪਾਪ ਗ੍ਰਸ ਲੈਂਦੇ ਹੈ। ਬਿਰਤੀ ਜਿਹੜੀ ਹੈ ਪਾਪਾਂ ਵਿੱਚ ਗ੍ਰਸੀ ਹੋਈ ਮੱਤ ਮਾਰੀ ਰਹਿੰਦੀ ਹੈ। ਮਹਾਰਾਜ ਆਪ ਕਿਰਪਾ ਕਰੋ ਸਾਡੇ ਤੇ। ਸਤਿਗੁਰੂ ਜੀ ਆਪ ਦੇ ਚਰਨਾਂ ਦਾ ਸਾਨੂੰ ਪਿਆਰ ਲੱਗ ਜਾਵੇ। ਮਹਾਰਾਜ ਜੇ ਆਪਣੇ ਵਸ ਹੁੰਦਾ ਤਾਂ ਸਤਿਗੁਰੂ ਜੀ ਅਸੀਂ ਆਪ ਨੂੰ ਸਾਖਿਆਤ ਨਾ ਕਰ ਲੈਂਦੇ। ਮਹਾਰਾਜ ਸਾਡੇ ਵਸ ਨਹੀਂ। ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤਰਸ ਕਰੋ। ਮਹਾਰਾਜ ਆਪਣੀ ਮਾਇਆ ਕਰੋ, ਆਪਣੀ ਦਇਆ ਕਰੋ, ਤਾਂ ਕਰਕੇ ਮਹਾਰਾਜ ਸਾਨੂੰ ਵੀ ਅਨੁਭਵ ਹੋਵੇ, ਵਾਹਿਗੁਰੂ ਜੀ ਦੇ ਸਪਰਸ਼ ਨੂੰ ਪਾ ਸਕੀਏ। ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦਾ ਪਿਆਰ ਲਾ ਦਿਓ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਹੈ ਕਿ ਪੂਰੇ ਗੁਰੂ ਜੀ ਦੇ ਚਰਨਾਂ ਵਿੱਚ ਕਿਵੇਂ ਬੇਨਤੀ ਕਰੀਏ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਿਵੇਂ ਬੇਨਤੀ ਕਰੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਕਿਵੇਂ ਬੇਨਤੀ ਕਰੀਏ। ਜਦੋਂ ਅੰਦਰ ਤੜਫ ਜਾਗਦੀ ਹੈ ਤੇ ਫਿਰ ਉਸ ਸਿੱਕ ਨਾਲ, ਉਸ ਖਿੱਚ ਦੇ ਨਾਲ ਜਿਵੇਂ ਬੇਨਤੀ ਕਰਦਾ ਜਗਿਆਸੂ, ਹਜੂਰ ਫਰਮਾਉਂਦੇ ਹਨ, ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਹੇ ਮੇਰੇ ਮਾਤਾ ਪਿਤਾ ਰੂਪ ਸਤਿਗੁਰੂ ਜੀ ਮਹਾਰਾਜ, ਉਹ ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਸੱਚੇ ਪਾਤਸ਼ਾਹ, ਜਿਹ ਬਿਦ ਲਖੋਂ ਗੁਸਾਈ, ਜਿਸ ਵਿਧੀ ਨਾਲ ਮਹਾਰਾਜ ਮੈਂ ਮਾਲਕ ਨੂੰ, ਖਸਮ ਨੂੰ, ਪਰਮੇਸ਼ਰ ਨੂੰ ਲਖ ਲਵਾਂ, ਜਾਣ ਲਵਾਂ। ਸੱਚੇ ਪਾਤਸ਼ਾਹ ਮੇਰਾ ਮਨ ਤਾਂ ਇੰਨਾ ਹੀ ਗਾਫਲ ਹੈ ਕਿ ਵਾਹਿਗੁਰੂ ਜੀ ਦੇ ਜਿਹੜਾ ਸਪਰਸ਼ ਨੂੰ ਮਹਾਰਾਜ ਥੋੜਾ ਮਾਤਰ ਵੀ ਨਹੀਂ ਪਾਉਂਦਾ ਹੈ। ਹਰ ਵੇਲੇ ਅਗਿਆਨ ਦੇ ਵਿੱਚ ਹੀ ਬੁਰੀ ਹਾਲਤ ਇਹਦੀ ਹੋਈ ਵਾਹਿਗੁਰੂ ਤੋਂ ਬੇਮੁਖ ਹੋਇਆ ਰਹਿੰਦਾ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ। ਆਪ ਮੇਰੇ ਮਾਤਾ ਪਿਤਾ ਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਮਿਹਰ ਕਰਕੇ ਉਹ ਵਿਧ ਤਰੀਕਾ ਦੱਸੋ ਗਰੀਬ ਨਵਾਜ ਜੀ, ਜਿਸ ਤਰੀਕੇ ਨਾਲ ਆਪ ਜੀ ਨੇ ਮਹਾਰਾਜ ਸ਼ਿਵਨਾਭ ਰਾਜੇ ਨੂੰ ਆਪਣਾ ਪਿਆਰ ਲਾ ਦਿੱਤਾ ਸੀ। ਭਾਈ ਮਨਸੁਖ ਨੂੰ ਮਹਾਰਾਜ ਆਪ ਜੀ ਨੇ ਬ੍ਰਹਮ ਗਿਆਨ ਬਖਸ਼ ਦਿੱਤਾ ਸੀ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਵੀ ਉਹ ਵਿਧ ਦੱਸੋ ਸੱਚੇ ਪਾਤਸ਼ਾਹ, ਜਿਸ ਵਿਧ ਨਾਲ ਵਾਹਿਗੁਰੂ ਨੂੰ ਲਖ ਲਈਏ, ਆਪਣੇ ਆਤਮਿਕ ਸਰੂਪ ਨੂੰ ਲਖ ਲਈਏ, ਜਾਣ ਲਈਏ। ਸੱਚੇ ਪਾਤਸ਼ਾਹ हे ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਕੇ ਹਜੂਰ ਦੇ ਉਪਦੇਸ਼ ਨੂੰ ਕਮਾ ਕੇ ਵਾਹਿਗੁਰੂ ਦੀ ਸਾਖਿਆਤਾ ਨੂੰ ਪਾਇਆ ਹੈ, ਐਸੇ ਮਹਾਂਪੁਰਖ ਜਿਨ੍ਹਾਂ ਨੂੰ ਸਾਖਿਆਤਾ ਹੈ, ਜਿਨ੍ਹਾਂ ਨੂੰ ਪ੍ਰਾਪਤੀ ਹੈ, ਉਹਨਾਂ ਅੱਗੇ ਵੀ ਅਰਦਾਸ ਕਰੀਏ। हे ਮਾਤਾ ਪਿਤਾ ਰੂਪ ਸੰਤ ਜਨੋ, ਮੈਂ ਕਿਹ ਬਿਦ ਲਖੋਂ ਗੁਸਾਈ, ਮੈਂ ਗੁਸਾਈ ਨੂੰ, ਮਾਲਕ ਨੂੰ, ਜੋ ਪ੍ਰਿਥਵੀ ਦਾ ਮਾਲਕ ਵੈ, ਉਹਨੂੰ ਕਿਹੜੇ ਬਿਦ ਤਰੀਕੇ ਨਾਲ ਲਖ ਲਵਾਂ, ਜਾਣ ਲਵਾਂ। ਮੈਨੂੰ ਵੀ ਸਪਰਸ਼ ਮਿਲੇ, ਮੇਰਾ ਮਨ ਵੀ ਸਨਮੁਖ ਹੋ ਜਾਵੇ। ਇਹ ਬੇਮੁਖ ਹੋਇਆ ਰਹਿੰਦਾ ਹੈ। ਕਿਰਪਾ ਕਰਕੇ ਮੈਨੂੰ ਵੀ ਉਹ ਵਿਧੀ ਤਰੀਕਾ ਦੱਸ ਦਿਓ, ਜਿਸ ਤਰੀਕੇ ਨਾਲ ਤੁਹਾਨੂੰ ਸਾਖਿਆਤਾ ਹੋਈ ਹੈ, ਤੁਹਾਨੂੰ ਪਿਆਰ ਲੱਗਾ ਏ। ਆਪ ਕਿਰਪਾ ਕਰਕੇ ਮਾਤਾ ਪਿਤਾ ਰੂਪ ਹੈ ਸੰਤ ਜਨੋ, ਸਾਨੂੰ ਉਹ ਵਿਧੀ, ਉਹ ਤਰੀਕਾ ਕਿਰਪਾ ਕਰਕੇ ਮਹਾਰਾਜ ਦੱਸੋ ਜੀ। ਮਹਾ ਮੋਹ ਅਗਿਆਨ ਤਿਮਰ, ਕਿਉਂਕਿ
ਇਹ ਜਿਹੜਾ ਸੰਸਾਰ ਵੈ ਇਹ ਤਾਂ ਬਹੁਤ ਜ਼ਿਆਦਾ ਮੋਹ ਹੈ ਮਹਾਰਾਜ ਸਰੀਰਾਂ ਦਾ, ਤੇ ਇੰਨਾ ਜ਼ਿਆਦਾ ਚਿੰਬੜਿਆ ਹੋਇਆ ਹੈ ਮੋਹ ਮਹਾਰਾਜ, ਇਹ ਤਾਂ ਸਮਝਾਇਆ ਵੀ ਮਨ ਸਮਝਦਾ ਹੀ ਨਹੀਂ। ਮਹਾ ਮੋਹ ਅਗਿਆਨ ਤਿਮਰ, ਤੇ ਜਿਹੜਾ ਅਗਿਆਨ ਵੈ ਇਹਦਾ ਤਿਮਰ ਘੁੱਪ ਹਨੇਰਾ ਹੈ। ਜਿਵੇਂ ਘੁੱਪ ਹਨੇਰੇ ਵਿੱਚ ਹੱਥ ਪਸਾਰਿਆ ਨਹੀਂ ਦਿਸਦਾ ਨਾ, ਇਵੇਂ ਮਹਾਰਾਜ ਕੁਝ ਵੀ ਨਹੀਂ ਦਿਸਦਾ। ਸਰੂਪ ਦੀ ਲਖਤਾ ਕੀ ਪਾਉਣੀ ਹੈ, ਮਹਾਰਾਜ ਫੁੱਲੇ ਪਏ ਐ ਭਰਮ ਦੇ, ਅੱਖਾਂ ਅਗਿਆਨਤਾ ਕਰਕੇ ਅੰਨੀਆਂ ਨੇ ਸੱਚੇ ਪਾਤਸ਼ਾਹ ਜੀ। ਮਨ ਬੁੱਧ ਨੇਤਰ ਹੈ ਨਹੀਂਗੇ ਸੱਚੇ ਪਾਤਸ਼ਾਹ, ਬਹੁਤ ਜ਼ਿਆਦਾ ਸਰੀਰਾਂ ਦਾ ਮੋਹ ਹੈ ਤੇ ਅਗਿਆਨਤਾ ਦਾ ਘੁੱਪ ਹਨੇਰਾ ਹੈ। ਮੋਹ ਮਨ ਰਹਿਓ ਉਰਜਾਈ, ਤੇ ਮੇਰਾ ਮੋਹ ਜਿਹੜਾ ਮੇਰਾ ਮਨ ਹੈ ਇਹ ਸੱਚੇ ਪਾਤਸ਼ਾਹ ਜੀ ਇਸ ਦੇ ਅੰਦਰ ਉਰਝਾ ਰਿਹਾ, ਭਾਵ ਫਸ ਰਿਹਾ ਹੈ। ਸਰੀਰਾਂ ਦੇ ਮੋਹ ਵਿੱਚ ਫਸ ਗਿਆ, ਸਰੀਰ ਛੁਟਕਦੇ ਵੀ ਦਿਸਦੇ ਐ ਪਰ ਇੰਨਾ ਮੋਹ ਵਿੱਚ ਫਸਿਆ ਹੋਇਆ ਫਿਰ ਸਰੀਰਾਂ ਦਾ ਮੋਹ ਨਹੀਂ ਛੱਡਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਬੁਰੀ ਹਾਲਤ ਵੈ ਕਿ ਅਗਿਆਨਤਾ ਦਾ ਜਿਹੜਾ ਤਿਮਰ ਹਨੇਰਾ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਇੰਨਾ ਮਨ ਦੇ ਉੱਤੇ ਗਲਬਾ ਪਿਆ ਹੋਇਆ, ਕੁਝ ਵੀ ਨਹੀਂ ਸੁਝਦਾ ਕਿ ਸੰਸਾਰ ਵਿੱਚ ਜੇ ਜਨਮ ਮਿਲਿਆ ਤੇ ਇੱਕ ਦਿਨ ਮਰ ਵੀ ਜਾਣਾ, ਨਹੀਂ ਮੌਤ ਦੀ ਖਬਰ ਮਨ ਜਿਹੜਾ ਹੈ ਉਹ ਸਮਝਣ ਦਿੰਦਾ। ਸੱਚੇ ਪਾਤਸ਼ਾਹ ਅਗਿਆਨਤਾ ਦੇ ਹਨੇਰੇ ਵਿੱਚ ਕੋਈ ਲਖਤਾ ਨਹੀਂ, ਕੋਈ ਪਤਾ ਨਹੀਂ ਕਿ ਕਾਹਦੇ ਵਾਸਤੇ ਸੰਸਾਰ ਵਿੱਚ ਆਇਆ ਹਾਂ। ਇਹ ਸੱਚੇ ਪਾਤਸ਼ਾਹ ਮੇਰੇ ਮਨ ਦੇ ਅੰਦਰ ਇਹੋ ਜਿਹਾ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ, ਸਰੀਰਾਂ ਦਾ ਮੋਹ ਚਿੰਬੜਿਆ ਹੋਇਆ ਕਿ ਮੇਰਾ ਮਨ ਇਹਨਾਂ ਵਿੱਚ ਉਲਝ ਗਿਆ ਹੈ, ਫਸ ਗਿਆ ਬੜੀ ਬੁਰੀ ਤਰ੍ਹਾਂ। ਜਿਵੇਂ ਦਲਦਲ ਵਿੱਚ ਫਸ ਜਾਈਦਾ ਨਾ, ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਚ ਕਿਹਾ ਨਾ, ਇਹ ਮੋਹ ਦਾ ਪੰਕ ਚਿੱਕੜ ਹੈ ਤੇ ਇਹਦੇ ਅੰਦਰ ਜਿਹੜਾ ਮਨ ਹੈ ਨਾ ਉਹ ਫਸ ਜਾਂਦਾ ਹੈ ਤੇ ਫਿਰ ਦਲਦਲ ਜਿਵੇਂ ਥੱਲੇ ਨੂੰ ਹੀ ਗਰਸ ਦਿੰਦੀ ਹੈ, ਇਵੇਂ ਮੋਹ ਦੀ ਦਲਦਲ ਜਿਹੜੀ ਹੈ ਜੀਵ ਨੂੰ ਗਰਸ ਕੇ ਮਾਰ ਦਿੰਦੀ ਹੈ। ਮੋਹ ਵਿੱਚ ਜੀਵ ਧਰਮ ਕਰਮ ਕਰ ਹੀ ਨਹੀਂ ਪਾਉਂਦਾ, ਸਰੀਰਾਂ ਦਾ ਮੋਹ ਹੋਣ ਕਰਕੇ ਘਰ ਨੂੰ ਛੱਡ ਹੀ ਨਹੀਂ ਪਾਉਂਦਾ। ਫਿਰ ਇਹ ਸਰੀਰ ਕਰਕੇ ਭਾਵੇਂ ਘਰ ਵਿੱਚ ਹੀ ਵਿਹਾਰ ਕਰੀਦੇ ਹੈ, ਮਨ ਕਰਕੇ ਇਹਨਾਂ ਤੋਂ ਉਪਰਾਮ ਹੋ ਹੀ ਨਹੀਂ ਪਾਉਂਦਾ ਹੈ। ਉਸੇ ਤਰ੍ਹਾਂ ਦਾ ਹੀ ਜਿਹੜਾ ਹੈ ਸੰਸਾਰ ਦਾ ਵਿਹਾਰ ਬਣਿਆ ਰਹਿੰਦਾ। ਕਿੰਨਾ ਉਪਦੇਸ਼ ਸੁਣ ਲੇ, ਕਿੰਨਾ ਕਥਨ ਵੀ ਕਰ ਲੇ, ਤਾਂ ਵੀ ਮਨ ਦੇ ਅੰਦਰੋਂ ਮੋਹ ਦਾ ਜਾਲ ਹਟਦਾ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਇਹ ਹਜੂਰ ਫਰਮਾਉਂਦੇ ਹਨ, ਮਹਾ ਮੋਹ ਅਗਿਆਨ ਤਿਮਰ। ਮਹਾ ਮੋਹ ਬਹੁਤ ਜ਼ਿਆਦਾ ਮਹਾ ਵੱਡਾ ਹੈ ਮੋਹ। ਇਹ ਮਹਾਰਾਜ ਜੀ ਅਤ ਤੀਖਣ ਮੋਹ ਕੀ ਫਾਸ, ਇਹ ਮੋਹ ਦੀ ਫਾਹੀ ਜਿਹੜੀ ਬੜੀ ਤਿੱਖੀ ਹੈ, ਜਿਹਦੇ ਵਿੱਚ ਮਹਾਰਾਜ ਆਪ ਜੀ ਨੇ ਆਗਿਆ ਕੀਤੀ ਹੈ ਕਿ ਪਸ ਪੰਖੀ ਵਿਮੋਹਨ ਹੈ, ਪਸ਼ੂ ਪੰਖੀ ਸਭ ਇਹਦੇ ਵਿੱਚ ਫਸੇ ਹੋਏ ਹੈ। ਸੱਚੇ ਪਾਤਸ਼ਾਹ ਇਸ ਮੋਹ ਤੋਂ ਆਪ ਕਿਰਪਾ ਕਰਕੇ ਮਹਾਰਾਜ ਮੇਰਾ ਛੁਟਕਾਰਾ ਕਰਾਓ। ਤੇ ਸੱਚੇ ਪਾਤਸ਼ਾਹ ਜਿਹੜਾ ਅਗਿਆਨ ਦਾ ਹਨੇਰਾ ਹੈ ਇਹ ਮਹਾਰਾਜ ਬੜਾ ਭਾਰੀ ਛਾਇਆ ਹੋਇਆ ਏ। ਮੋਹ ਮਨ ਰਹਿਓ ਉਰਜਾਈ, ਮੇਰਾ ਮਨ ਇਹਨਾਂ ਵਿੱਚ ਮਹਾਰਾਜ ਉਲਝ ਗਿਆ ਹੈ, ਫਸ ਗਿਆ ਹੈ ਬੜਾ ਬੁਰੀ ਤਰ੍ਹਾਂ। ਅਗਿਆਨਤਾ ਵਿੱਚ ਕੁਝ ਨਹੀਂ ਸੁਝਦਾ, ਮੋਹ ਦਾ ਮਾਰਿਆ ਹੋਇਆ ਮਹਾਰਾਜ ਪਰਮਾਰਥ ਦੇ ਰਾਹ ਤੇ ਨਹੀਂ ਚੱਲਦਾ। ਮਨ ਜਿਹੜਾ ਹੈ ਨਾ ਇਹ ਸੁਰਤ ਦੇ ਜੋੜਨ ਦਾ ਸੁੱਖ ਮਹਾਰਾਜ ਇਹਨੂੰ ਪਤਾ ਹੀ ਨਹੀਂ। ਮਨ ਬਾਰ-ਬਾਰ ਸੰਸਾਰ ਦੇ ਅੰਦਰ ਹੀ ਮਹਾਰਾਜ ਪ੍ਰਵਿਰਤ ਹੁੰਦਾ ਹੈ। ਐਸੀ ਬੁਰੀ ਹਾਲਤ ਹੈ, ਅਗਿਆਨਤਾ ਕਰਕੇ ਕੁਝ ਵੀ ਨਹੀਂ ਸੁਝਦਾ ਹੈ, ਫਸ ਗਿਆ ਇਹਨਾਂ ਵਿੱਚ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹੈ, ਇਹ ਰਹਾਉ ਦੀਆਂ ਪੰਕਤੀਆਂ ਵਿੱਚ ਭਾਵ ਰੱਖਿਆ ਹੈ ਸ਼ਬਦ ਦਾ। ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨੀ, ਜੇ ਤਾਂ ਇਹ ਕਹੀਏ ਕਿ ਮੈਨੂੰ ਕੋਈ ਮੋਹ ਨਹੀਂ, ਮੈਨੂੰ ਕੋਈ ਅਗਿਆਨ ਨਹੀਂ, ਸਭ ਗਿਆਨ ਹੈ,
ਇਹ ਅਗਿਆਨ ਕਾਲ ਦੀਆਂ ਨਿਸ਼ਾਨੀਆਂ ਹੁੰਦੀਆਂ। ਜਦੋਂ ਅੰਦਰ ਜਗਿਆਸਾ ਜਾਗਦੀ ਹੈ ਵਾਹਿਗੁਰੂ ਨੂੰ ਮਿਲਣ ਦੀ, ਉਦੋਂ ਫਿਰ ਤੜਪ ਪੈਦਾ ਹੁੰਦੀ ਹੈ। ਤੇ ਜਦੋਂ ਇਹ ਤੜਪ ਪੈਦਾ ਹੁੰਦੀ ਹੈ ਉਦੋਂ ਸਾਰਾ ਕੁਝ ਅੰਦਰ ਜੋ ਵਰਤ ਰਿਹਾ ਹੈ ਉਹ ਪਤਾ ਲੱਗ ਜਾਂਦਾ ਹੈ। ਤੇ ਫਿਰ ਗੁਰੂ ਜੀ ਦੇ ਅੱਗੇ ਮਨ ਨੂੰ ਖੋਲ ਲੈਂਦੇ ਆ ਪਿਆਰ ਕਰਨ ਵਾਲੇ। ਸੱਚੇ ਪਾਤਸ਼ਾਹ ਦੱਸੋ ਮੇਰੀ ਹਾਲਤ ਤਾਂ ਇਹ ਹੈ ਤੇ ਮੈਂ ਕਿਹ ਬਿਦ ਲਖੋਂ ਗੁਸਾਈ। ਮਹਾਰਾਜ ਮੈਂ ਮਾਲਕ ਨੂੰ ਕਿਸ ਤਰੀਕੇ ਨਾਲ ਜਾਣ ਸਕਾਂ। ਮੇਰਾ ਮਨ ਤਾਂ ਮਹਾਰਾਜ ਮੋਹ 'ਚ ਫਸ ਗਿਆ ਹੈ। ਭਰਮ ਦਾ, ਅਗਿਆਨ ਦਾ ਐਡਾ ਜ਼ਿਆਦਾ ਹਨੇਰਾ ਹੈ, ਕਿਉਂਕਿ ਹਨੇਰੇ ਵਿੱਚ ਜੀਵ ਨੂੰ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਤੇ ਜਦੋਂ ਤੁਰਦਾ ਠੇਡੇ ਹੀ ਖਾਂਦਾ ਹੈ। ਅਗਿਆਨ ਕਾਲ ਵਿੱਚ ਜਦੋਂ ਜੀਵ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ ਹੈ ਤੇ ਫਿਰ ਬਿਘਨਾ ਰੂਪੀ ਠੇਡੇ ਹੀ ਖਾਂਦਾ ਪੂਰੇ ਗੁਰੂ ਜੀ ਤੋਂ ਬਿਨਾਂ। ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੀ ਹਾਲਤ ਤਾਂ ਅਸੀਂ ਅੰਨੇ ਆ, ਮਹਾਰਾਜ ਕੁਝ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ। ਮਹਾਰਾਜ ਜਿਹੜੀ ਚਾਲੀ ਤੁਸਾਂ ਦੱਸੀ ਹੈ ਪਿਆਰ ਵਾਲੀ, ਉਹਦੇ ਤੇ ਮਹਾਰਾਜ ਸਾਡੇ ਕੋਲ ਦੱਸੋ ਕਿਵੇਂ ਚੱਲਿਆ ਜਾਵੇ। ਮਹਾਰਾਜ ਸਾਡੇ ਤਾਂ ਜਿਹੜੇ ਨੇਤਰ ਹਨ ਉਹ ਅੰਨੇ ਹਨ, ਵਿਸ਼ਿਆਂ ਕਰਕੇ ਅੰਨੇ ਹੋ ਗਏ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਵਿਸ਼ਿਆਂ ਵਿੱਚ ਵਿਕਾਰਾਂ ਵਿੱਚ ਹੀ ਰੰਗੇ ਰਹਿੰਦੇ ਆ ਹਰ ਵੇਲੇ। ਉਹੋ ਹੀ ਮਹਾਰਾਜ ਸਾਨੂੰ ਵਿਕਾਰਾਂ ਦੇ ਫੁਰਨੇ ਨਹੀਂ ਛੱਡਦੇ ਹਨ। ਇਉਂ ਸੱਚੇ ਪਾਤਸ਼ਾਹ ਦੇ ਅੱਗੇ ਜਗਿਆਸਾ ਦੇ ਸਹਿਤ ਆਪਣੇ ਮਨ ਦੀ ਪੀੜਾ ਜਿਹੜੀ ਉਹ ਕਹਿਣੀ ਅਰਦਾਸ ਰੂਪ ਵਿੱਚ ਕਿ ਮਹਾਰਾਜ ਮੇਰਾ ਤਾਂ ਮਨ ਫਸਿਆ ਹੋਇਆ ਬੜੀ ਬੁਰੀ ਤਰ੍ਹਾਂ, ਤੇ ਜਿਹੜਾ ਮਹਾ ਮੋਹ ਅਗਿਆਨ ਤਿਮਰ ਮੋਹ, ਜੇ ਇੱਥੇ ਵਿਸ਼ਰਾਮ ਦੇ ਕਰਕੇ ਕਰੀਏ ਵਿਸ਼ਰਾਮ ਤਾਂ ਮੋਹ ਮਨ ਰਹਿਓ ਅਰਝਾਈ। ਤੇ ਫਿਰ ਮਹਾਰਾਜ ਇਹਨਾਂ ਦੇ ਮੋਹ ਵਿੱਚ ਮੇਰਾ ਮਨ ਉਰਝਾ ਰਿਹਾ, ਫਸ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸਗਲ ਜਨਮ ਭਰਮ ਹੀ ਭਰਮ ਖੋਇਓ। ਸਾਰਾ ਜਨਮ ਮਹਾਰਾਜ ਭਰਮ ਵਿੱਚ ਭੌਂ ਭੌਂ ਕੇ ਭਟਕ ਭਟਕ ਕੇ ਭਰਮ ਵਿੱਚ ਫਸੇ ਹੋਏ ਨੇ। ਮਹਾਰਾਜ ਸਾਰਾ ਹੀ ਖੋ ਲਿਆ, ਗਵਾ ਲਿਆ ਹੈ। ਇਉਂ ਬਚਪਨ 'ਚ ਖਿਆਲ ਹੀ ਨਹੀਂ, ਬਾਲ ਬੁੱਧ ਦੇ ਅੰਦਰ ਹੀ ਮਹਾਰਾਜ ਸਾਰਾ ਬਚਪਨ ਜਿਹੜਾ ਸੀ ਲੰਘ ਗਿਆ, ਕੋਈ ਸੋਝੀ ਨਾ ਆਈ, ਕੋਈ ਸੰਗਤ ਦਾ ਮਹਾਰਾਜ ਸੰਬੰਧ ਨਾ ਬਣਿਆ। ਜਵਾਨੀ ਚੜੀ, ਵਿਸ਼ਿਆਂ ਨੇ ਜ਼ੋਰ ਮਾਰਤਾ, ਕੁਝ ਵੀ ਮਹਾਰਾਜ ਸੁਣਦਾ ਹੀ ਨਹੀਂ ਸੀ, ਸੁਣਦਿਆਂ ਹੋਇਆਂ ਵੀ ਸਮਝ ਹੀ ਨਹੀਂ ਸੀ ਲੱਗਦੀ। ਐਸਾ ਭਰਮ ਪਿਆ ਰਿਹਾ ਤੇ ਪ੍ਰੌਢਿਆ ਅਵਸਥਾ ਆ ਗਈ, ਪਰਿਵਾਰ ਦੇ ਜੰਜਾਲ 'ਚ ਫਸ ਗਿਆ। ਇੰਨਾ ਜੰਜਾਲ 'ਚ ਫਸ ਗਿਆ ਕਿ ਮਹਾਰਾਜ ਸੰਗਤ ਕਰਨੀ ਕਦੇ ਮਨ ਨੇ ਉਦਮ ਹੀ ਨਹੀਂ ਕੀਤਾ, ਕਦੇ ਆਪ ਦੇ ਚਰਨਾਂ ਨਾਲ ਪਿਆਰ ਹੀ ਨਹੀਂ ਪਾਇਆ। ਜਦੋਂ ਬਿਰਧ ਅਵਸਥਾ ਆਈ, ਸੰਬੰਧੀ ਨਰਾਦਰ ਕਰਨ ਲੱਗੇ, ਜਦੋਂ ਪਤਾ ਲੱਗਾ ਉਦੋਂ ਫਿਰ ਸਮਾਂ ਬਹੁਤ ਗੁਜ਼ਰ ਗਿਆ। ਬਿਰਧ ਅਵਸਥਾ ਆ ਗਈ, ਸਗਲ ਜਨਮ ਭਰਮ ਹੀ ਭਰਮ ਖੋਇਓ। ਮਹਾਰਾਜ ਭਰਮ ਵਿੱਚ ਭੌਂ ਭੌਂ ਕੇ, ਭਰਮ ਦੇ ਵਿੱਚ ਹੀ ਫਸ ਕਰਕੇ ਬਾਰ-ਬਾਰ ਮਹਾਰਾਜ ਭਰਮ ਹੀ ਇਹੋ ਜਿਹਾ ਮਨ ਵਿੱਚ ਆਇਆ ਰਿਹਾ ਕਿ ਕਦੇ ਸਰੂਪ ਦੀ ਲਖਤਾ ਹੀ ਨਹੀਂ ਹੋਈ। ਭਰਮ ਉਹਨੂੰ ਕਹਿੰਦੇ ਆ ਅਸਲ ਵਿੱਚ ਜੋ ਹੋਵੇ ਉਹ ਦਿਖਾਈ ਨਾ ਦੇਵੇ ਤੇ ਬਣਾਵਟ ਰੂਪ ਦਿਖਾਈ ਦੇਵੇ, ਜਿਹੜੀ ਚੀਜ਼ ਹੈ ਨਹੀਂ ਉਹ ਸੱਚ ਪ੍ਰਤੀਤ ਹੋਵੇ, ਇਹ ਭਰਮ ਹੁੰਦਾ ਹੈ। ਸੰਸਾਰ ਸੱਚ ਪ੍ਰਤੀਤ ਹੋਣਾ ਇਹ ਭਰਮ ਹੈ। ਵਾਹਿਗੁਰੂ ਜੀ ਦਾ ਸਰੂਪ ਸਪਰਸ਼ ਨਾ ਹੋਣਾ ਇਹ ਭਰਮ ਹੈ, ਕਿਉਂਕਿ ਜੀਵ ਨੂੰ ਸਾਰੀ ਉਮਰ ਸਰੀਰ ਦੇ ਅੰਦਰ ਵਰਤਦਿਆਂ ਹੋਇਆਂ ਆਪਣੀ ਸਰੀਰਕ ਤਾਕਤ ਤੇ ਮਾਣ ਰਹਿੰਦਾ ਹੈ, ਆਪਣੀ ਬੁੱਧੀ ਤੇ ਆਪਣੀ ਸਿਆਣਪ ਤੇ ਮਾਣ ਰਹਿੰਦਾ ਹੈ, ਸਰੀਰ ਦੇ ਸਤਿਕਾਰ ਵਿੱਚ ਵਡਿਆਈ ਵਿੱਚ ਹੀ ਮਨ ਫਸਿਆ ਰਹਿੰਦਾ ਹੈ। ਇਹ ਸਭ ਭਰਮ ਹੈ। ਵਾਹਿਗੁਰੂ ਦੇ ਸਰੂਪ ਨੂੰ ਨਾ ਜਾਣਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰਾ ਤਾਂ ਮੇਰੇ ਸਾਰੇ ਜਨਮ ਹੀ ਪਹਿਲੇ ਵੀ ਭਰਮ 'ਚ ਹੀ ਬਤੀਤ ਹੋ ਗਏ, ਹੁਣ ਮਹਾਰਾਜ ਮਨੁੱਖਾ ਜਨਮ ਪ੍ਰਾਪਤ ਹੋਇਆ। ਸਗਲ ਜਨਮ ਭਰਮ ਹੀ ਭਰਮ ਖੋਇਓ। ਭਰਮ ਵਿੱਚ ਹੀ ਭਰਮ ਕੇ ਭਟਕ ਕੇ ਸੱਚੇ ਪਾਤਸ਼ਾਹ ਮੈਂ ਆਪਣਾ ਸਾਰਾ ਜਨਮ ਹੀ ਖੋ ਲਿਆ।
ਗਵਾ ਲਿਆ ਸੱਚੇ ਪਾਤਸ਼ਾਹ ਜੀ। ਨਹਿ ਅਸਥਿਰ ਮਤ ਪਾਈ। ਜਿਹੜੀ ਅਚਲ ਰਹਿਣ ਵਾਲੀ ਮਤ ਹੈ ਉਹ ਮਹਾਰਾਜ ਪਾਈ ਨਹੀਂ ਸੱਚੇ ਪਾਤਸ਼ਾਹ। ਆਪ ਨੇ ਹਜੂਰ ਉਪਦੇਸ਼ ਦਿੱਤਾ ਹੈ ਕਿ ਸੁਰਤ ਨੂੰ ਸ਼ਬਦ ਵਿੱਚ ਟਿਕਾਉਣਾ ਤੇ ਇਕਮਿਕ ਹੋਣਾ। ਅੰਮ੍ਰਿਤ ਵੇਲੇ ਉੱਠ ਕਰਕੇ ਸ਼ਬਦ ਦੇ ਨਾਲ ਮਹਾਰਾਜ ਉਹ ਟਿਕਾਉਣ ਵਾਲੀ ਸ਼ਬਦ ਵਿੱਚ ਜਿਹੜੀ ਮਤ ਹੈ ਉਹ ਮੈਂ ਪਾਈ ਨਹੀਂ। ਸ਼ਬਦ ਵਿੱਚ ਸੁਰਤ ਟਿਕਾਉਣੀ ਮੈਨੂੰ ਆਈ ਨਹੀਂ ਤੇ ਸਾਰਾ ਜਨਮ ਹੀ ਭਰਮ 'ਚ ਹੀ ਮੇਰਾ ਖੋ ਗਿਆ ਹੈ, ਨਾਸ਼ ਹੋ ਗਿਆ। ਲੋਕਾਂ ਨੂੰ ਵਿਧੀਆਂ ਦੱਸਦਿਆਂ ਹੋਇਆਂ ਬੜੀਆਂ ਉਗਤੀਆਂ ਜੁਗਤੀਆਂ ਲਾ ਕਰਕੇ ਲੋਕਾਂ ਨੂੰ ਰਿਝਾ ਤਾਂ ਲਿਆ, ਪਰ ਮਹਾਰਾਜ ਮੇਰੀ ਮਤ ਇਹੋ ਜੀ ਚੰਚਲ ਵੈ, ਵਿਕਾਰਾਂ ਵਿੱਚ ਹੀ ਡੁੱਲੀ ਰਹਿੰਦੀ ਹੈ। ਸਤਿਗੁਰੂ ਜੀ ਨਹਿ ਅਸਥਿਰ ਮਤ ਪਾਈ। ਜਿਹੜੀ ਟਿਕੇ ਰਹਿਣ ਵਾਲੀ ਮਤ ਵੈ, ਅਚਲ ਮਤ ਵੈ, ਉਹ ਮਹਾਰਾਜ ਮੈਂ ਪਾਈ ਨਹੀਂ ਅਜੇ ਤੱਕ। ਸੁਰਤ ਨੂੰ ਸ਼ਬਦ ਵਿੱਚ ਟਿਕਾਉਣਾ ਮਹਾਰਾਜ ਜਾਣਿਆ ਨਹੀਂ। ਜੋ ਸੱਚੇ ਪਾਤਸ਼ਾਹ ਆਪ ਨੇ ਸਿੱਖਿਆ ਦਿੱਤੀ ਹੈ ਕਿ ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਜਿਹੜਾ ਆਪ ਨੇ ਕਿਹਾ ਕਿ ਸੁਰਤ ਨੂੰ ਸ਼ਬਦ ਵਿੱਚ ਲਾ ਕਰਕੇ ਇਸ ਭਵ ਸਾਗਰ ਤੋਂ ਤਰ ਜਾਈਦਾ, ਉਹ ਮਹਾਰਾਜ ਅਕਲ ਮੈਨੂੰ ਆਈ ਨਹੀਂ। ਬਾਕੀ ਅਕਲਾਂ ਤਾਂ ਸਾਰੀਆਂ ਹੀ ਆ ਗਈਆਂ ਨੇ ਸੰਸਾਰ ਦੀਆਂ, ਭਾਵੇਂ ਕਿ ਉਹ ਭਰਮ ਕਰਕੇ ਹੀ ਭਾਸ ਰਹੀਆਂ ਨੇ। ਮਹਾਰਾਜ ਅਕਲ ਤਾਂ ਹੈ ਹੀ ਨਹੀਂ। ਮਹਾ ਮੂਰਖ ਵਾਂ ਸੱਚੇ ਪਾਤਸ਼ਾਹ। ਕੋਈ ਅਕਲ ਨਹੀਂ ਸੰਸਾਰ ਦੀ। ਬੜੀ ਸੋਝੀ ਦਾ ਮੈਂ ਦਾਅਵਾ ਕਰਦਾ, ਪਰ ਮਹਾਰਾਜ ਮੂਰਖ ਵਾਂ ਗਰੀਬ ਨਵਾਜ। ਕੋਈ ਮੈਨੂੰ ਸੋਝੀ ਨਹੀਂ ਆਈ। ਆਪ ਨੇ ਸਿੱਖਿਆ ਦਿੱਤੀ ਹੈ ਸ਼ਬਦ ਵਿੱਚ ਸੁਰਤ ਨੂੰ ਟਿਕਾਉਣ ਦੀ ਕਿ ਅਚਲ ਪਦਵੀ ਨੂੰ ਪ੍ਰਾਪਤ ਹੋ, ਪਰ ਮਹਾਰਾਜ ਇਹ ਅਸਥਿਰ ਮਤ ਨਹੀਂ ਪਾਈ। ਟਿਕੇ ਰਹਿਣ ਵਾਲੀ ਮਤ ਜਿਹੜੀ ਮਹਾਰਾਜ ਪਾਈ ਨਹੀਂ। ਮਤ ਵਿੱਚ ਟਿਕਾ ਨਹੀਂ ਆਇਆ, ਸ਼ਬਦ ਦਾ ਪਿਆਰ ਨਹੀਂ ਵਸਿਆ, ਸੁਰਤ ਨਹੀਂ ਟਿਕੀ। ਵਿਖਿਆ ਸਖਤ ਰਹਿਓ ਨਿਸ ਬਾਸੁਰ। ਰਾਤ ਦਿਨ ਹੀ ਮਹਾਰਾਜ ਜਿਹੜੇ ਵਿਖ ਆ ਸਕਤ ਜਿਹੜੇ ਵਿਸ਼ੇ ਹੈ ਮਹਾਰਾਜ ਉਹਨਾਂ ਨੇ ਮੈਨੂੰ ਮੋਹ ਲਿਆ ਹੈ। ਤੇ ਇੱਕ ਸਮੇਂ ਨਹੀਂ, ਰਾਤ ਦਿਨ ਹੀ, ਨਿਸ ਰਾਤ ਤੇ ਬਾਸਰ ਦਿਨ, ਇਹ ਮਹਾਰਾਜ ਵਿਸ਼ਿਆਂ ਦੇ ਵਿੱਚ ਹੀ ਮੇਰਾ ਮਨ ਮੋਹਿਆ ਹੋਇਆ ਹੈ। ਵਿਖ ਜ਼ਹਿਰ ਰੂਪ ਜਿਹੜੀ ਮਾਇਆ ਹੈ, ਆਸਕਤ ਮਹਾਰਾਜ ਉਸ ਨੇ ਮੋਹ ਲਿਆ ਹੈ। ਰਾਤ ਦਿਨ ਹੀ ਮਾਇਆ ਦੇ ਖਿਆਲ ਅੰਦਰ ਗੇੜੇ ਲਾਉਂਦੇ ਰਹਿੰਦੇ ਐ। ਕਿਵੇਂ ਨਿਰਭਾ ਹੋਵੇਗਾ, ਕਿਵੇਂ ਮਹਾਰਾਜ ਇਉਂ ਸੋਚਦਾ ਰਹਿੰਦਾ। ਚਿੰਤਾ ਵਿੱਚ ਮਹਾਰਾਜ ਗਰਸਿਆ ਜਾਨਾ ਹਾਂ। ਸੱਚੇ ਪਾਤਸ਼ਾਹ ਜੀ ਇਉਂ ਰਾਤ ਦਿਨ ਹੀ ਵਿਸ਼ਿਆਂ ਵਿਕਾਰਾਂ ਦੇ ਅੰਦਰ ਮਨ ਜਿਹੜਾ ਹੈ ਉਹ ਫਸਿਆ ਹੋਇਆ, ਮੋਹਤ ਹੋਇਆ ਰਹਿੰਦਾ ਏ। ਨਹਿ ਛੂਟੀ ਅਦਮਾਈ। ਜਿਹੜੀ ਅੰਦਰ ਅਦਮਤਾਈ ਹੈ ਨਾ, ਨੀਚਤਾਈ, ਉਹ ਨਹੀਂ ਮਹਾਰਾਜ ਛੁਟਕਦੀ। ਬਹੁਤ ਬਾਹਰੋਂ ਗੁਰਮੁਖ ਬਣ ਗਿਆ ਮਹਾਰਾਜ, ਬਾਣਾ ਵੀ ਆਪ ਦਾ ਪਾ ਲਿਆ, ਪਰ ਅੰਦਰ ਜਿਹੜਾ ਹੈ ਨਾ ਇਹ ਮਨ ਮਦੇ ਮਦਨ ਚੋਰ, ਜਿਨ ਗਿਆਨ ਰਤਨ ਹਿਰ ਲੀਨ ਮੋਰ। ਇਹ ਮਹਾਰਾਜ ਜਿਹੜਾ ਕਾਮ ਦਾ ਚੋਰ ਏ, ਮਨ ਦੇ ਅੰਦਰ ਵਸਿਆ ਹੋਇਆ। ਐਸੀ ਨੀਚਤਾਈ ਹੈ ਕਿ ਸਾਰੇ ਉਪਦੇਸ਼ ਨੂੰ ਸੁਣਦਿਆਂ ਹੋਇਆਂ, ਸਮਝਦਿਆਂ ਹੋਇਆਂ ਫਿਰ ਵੀ ਅੱਖਾਂ ਰੂਪ ਵੇਖਣ ਵੱਲ ਦੌੜ ਜਾਂਦੀਆਂ। ਐਸੀ ਨੀਚਤਾਈ ਵਿੱਚ ਮਹਾਰਾਜ ਨਹਿ ਛੂਟੀ ਅਦਮਾਈ। ਇਹ ਅਦਮਤਾਈ, ਇਹ ਨੀਚਤਾਈ ਛੁੱਟੀ ਨਹੀਂ ਸੱਚੇ ਪਾਤਸ਼ਾਹ। ਜਦੋਂ ਕਿਸੇ ਦਾ ਕੋਈ ਔਗਣ ਵੇਖਦਾ ਮਹਾਰਾਜ, ਐਸੀ ਨੀਚਤਾਈ ਹੈ ਮੇਰੇ ਅੰਦਰ ਕਿ ਝੱਟ ਮੈਂ ਉਹਦੀ ਨਿੰਦਾ ਕਰਨ ਲੱਗ ਜਾਂਦਾ ਹਾਂ। ਇਹੋ ਜਿਹੀਆਂ ਨੀਚਤਾਈਆਂ ਮਹਾਰਾਜ ਛੁੱਟੀਆਂ ਨਹੀਂ ਮੇਰੇ ਅੰਦਰੋਂ। ਕਿਸੇ ਦਾ ਪ੍ਰਤਾਪ ਵੇਖ ਕੇ ਮੇਰਾ ਮਨ ਬੜਾ ਸੜ ਜਾਂਦਾ ਹੈ, ਬੜਾ ਮੇਰਾ ਚਿੱਤ ਦੁਖੀ ਹੁੰਦਾ ਹੈ। ਮਹਾਰਾਜ ਇਹ ਮੇਰੇ ਵਿੱਚ ਨੀਚਤਾਈਆਂ ਨੇ। ਇਹ ਸੱਚੇ ਪਾਤਸ਼ਾਹ ਇਹ ਨੀਚਤਾਈਆਂ ਛੁੱਟਣੀਆਂ ਚਾਹੀਦੀਆਂ ਸੀ ਨਾ ਆਪ ਦਾ ਉਪਦੇਸ਼ ਪਾ ਕਰਕੇ। ਨਹਿ ਮਹਾਰਾਜ ਨਹਿ ਛੂਟੀ ਅਦਮਾਈ। ਇਹ ਅਦਮਤਾਈ, ਇਹ ਨੀਚਪੁਣਾ ਮੇਰੇ ਅੰਦਰੋਂ ਛੁੱਟ ਗਿਆ ਨਹੀਂ। ਸੱਚੇ ਪਾਤਸ਼ਾਹ ਪਰਾਏ ਦਾ ਧਨ ਵੇਖ ਕੇ, ਉਹਨੂੰ ਸੁਖੀ ਵੇਖ ਕੇ ਬੜਾ ਮੇਰਾ ਮਨ ਦੁਖੀ ਹੁੰਦਾ। ਤੇ ਇਹ ਤਾਂ ਮਹਾਰਾਜ ਔਗਣ ਹੈ ਨਾ ਏਡੇ ਵੱਡੇ ਮੇਰੇ ਅੰਦਰ। ਇਹ ਨੀਚਤਾਈ ਮੇਰੇ ਅੰਦਰੋਂ ਮਹਾਰਾਜ ਹਟੀ ਨਹੀਂ। ਐਸਾ ਨੀਚ ਹਾਂ, ਅਦਮ ਹਾਂ ਸੱਚੇ ਪਾਤਸ਼ਾਹ। ਚੰਡਾਲਾਂ ਦੀ ਤਰ੍ਹਾਂ ਮਹਾਰਾਜ ਮੇਰਾ ਬੜਾ ਬੁਰਾ ਸੁਭਾਅ ਏ। ਸੱਚੇ ਪਾਤਸ਼ਾਹ ਇਹ ਨੀਚਤਾਈ ਮੇਥੋਂ ਛੁਟਕੀ ਨਹੀਂ ਅਜੇ ਤੱਕ। ਸਾਧ ਸੰਗ ਕਬਹੂ ਨਹੀਂ ਕੀਨਾ। ਫਿਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਨੇ ਆਗਿਆ ਕੀਤੀ ਹੈ ਕਿ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ। ਪਰ ਮਹਾਰਾਜ ਮੈਂ ਤਾਂ ਸਾਧ ਸੰਗ ਕਬਹੂ ਨਹੀਂ ਕੀਨਾ।
ਸਾਧੂਆਂ ਦੀ ਸੰਗਤ ਵੀ ਮਹਾਰਾਜ ਕਦੇ ਨਹੀਂ ਕੀਤੀ ਮਨ ਲਾ ਕਰਕੇ। ਬਾਹਰੋਂ ਸੰਸਾਰ ਦੇ ਵਿਖਾਵੇ ਨਾਲ ਹੀ ਮਹਾਰਾਜ ਮੈਂ ਦਿਖਾਉਂਦਾ ਰਿਹਾ ਕਿ ਸੰਗਤ ਵਿੱਚ ਜਾਣਾ ਏ, ਪਰ ਮਹਾਰਾਜ ਜੀ ਮਨ ਦਾ ਪਿਆਰ ਮੇਰਾ ਸੰਗਤ ਵਿੱਚ ਨਹੀਂ ਲੱਗਾ। ਸੁਰਤ ਜੋੜ ਕੇ ਕੀਰਤਨ ਸੁਣਨ ਦੀ ਮੈਨੂੰ ਕੋਈ ਸੋਝੀ ਨਹੀਂ ਆਈ, ਸੁਰਤ ਜੋੜ ਕੇ ਕਥਾ ਸੁਣਨ ਦੀ ਕੋਈ ਅਕਲ ਨਹੀਂ ਆਈ। ਮਹਾਰਾਜ ਸੱਚੇ ਪਾਤਸ਼ਾਹ ਕਥਾ ਕੀਰਤਨ 'ਚ ਵੀ ਮਨ ਮੇਰਾ ਫੁਰਨਿਆਂ 'ਚ ਰੁੜਿਆ ਗਵਾਚਿਆ ਰਹਿੰਦਾ ਹੈ। ਇਉਂ ਮਹਾਰਾਜ ਜੀ ਸਾਧ ਸੰਗ ਕਬਹੂ ਨਹੀਂ ਕੀਨਾ। ਸਾਧੂਆਂ ਦੀ ਸੰਗਤ ਵੀ ਮਹਾਰਾਜ ਦਿਲ ਲਾ ਕੇ ਕਰਨੀ ਚਾਹੀਦੀ ਸੀ, ਪਰ ਮੈਂ ਕਦੇ ਸਤ ਸੰਗਤ ਨਹੀਂ ਮਨ ਦੀ ਪ੍ਰੀਤ ਲਾ ਕੇ ਕੀਤੀ। ਨਹਿ ਕੀਰਤ ਪ੍ਰਭ ਗਾਈ। ਆਪ ਦੀ ਆਗਿਆ ਕਿ ਪ੍ਰਭੂ ਦੀ ਕੀਰਤੀ ਗਾਉਣੀ ਚਾਹੀਦੀ ਹੈ, ਵਾਹਿਗੁਰੂ ਦਾ ਜਸ ਕਰਨਾ ਚਾਹੀਦਾ ਹੈ, ਪਰ ਮਹਾਰਾਜ ਮੇਰੀ ਐਸੀ ਨੀਚ ਹਾਲਤ ਵੈ। ਨਹਿ ਕੀਰਤ ਪ੍ਰਭ ਗਾਈ, ਪ੍ਰਭੂ ਦੀ ਕੀਰਤੀ ਵੀ ਮੈਂ ਨਹੀਂ ਗਾਈ, ਵਾਹਿਗੁਰੂ ਦਾ ਜਸ ਵੀ ਮਹਾਰਾਜ ਮੈਂ ਨਹੀਂ ਕੀਤਾ। ਇਹ ਸੰਸਾਰ ਦੇ ਅੰਦਰ ਹੀ ਹਜੂਰ ਮੇਰਾ ਤਾਂ ਚਿੱਤ ਖੁੱਭਿਆ ਰਿਹਾ, ਮੋਹ 'ਚ ਫਸਿਆ ਰਿਹਾ। ਸੱਚੇ ਪਾਤਸ਼ਾਹ ਇਹੋ ਜੀ ਬੁਰੀ ਹਾਲਤ ਕਿ ਅਗਿਆਨਤਾ ਕਰਕੇ ਕੁਝ ਵੀ ਨਹੀਂ ਸੁਝਿਆ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿ ਕਿਹ ਬਿਦ ਲਖੋਂ ਗੁਸਾਈ, ਮੇਰੇ ਵਰਗਾ ਵੀ ਮਹਾਰਾਜ ਉਹ ਕਿਸ ਤਰੀਕੇ ਨਾਲ ਵਾਹਿਗੁਰੂ ਨੂੰ ਲੱਗ ਸਕਦਾ। ਐਸੀ ਮੇਰੀ ਮਾੜੀ ਹਾਲਤ ਵੈ। ਨਹੀਂ ਨਹਿ ਕੀਰਤ ਪ੍ਰਭ ਗਾਈ, ਕਦੇ ਦਿਲ ਦੀ ਪ੍ਰੀਤ ਨਾਲ ਆਪ ਦੀ ਕੀਰਤੀ ਨਹੀਂ ਗਾਈ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਕਿ ਨਿਤਨੇਮ ਕਰਦਿਆਂ ਇੰਨਾ ਸਮਾਂ ਹੋ ਗਿਆ। ਆਪ ਦਾ ਮਹਾਰਾਜ ਸੱਚੇ ਪਾਤਸ਼ਾਹ ਜਸ ਪਿਆਰ ਨਾਲ ਨਹੀਂ ਕਦੇ ਗਾਇਆ। ਸੁਰਤ ਨਹੀਂ ਨਿਤਨੇਮ ਵਿੱਚ ਕਦੇ ਵੀ ਲੱਗੀ, ਮਨ ਵਿੱਚ ਬੈਰਾਗ ਨਹੀਂ ਉਪਜਿਆ। ਪੱਥਰ ਵਰਗਾ ਮਹਾਰਾਜ ਇਹੋ ਜਿਹਾ ਕਠੋਰ ਮਨ ਵੈ। ਬੁਰੀ ਹਾਲਤ ਹੈ ਮਹਾਰਾਜ ਮੇਰੀ। ਸਾਧ ਸੰਗ ਕਬਹੂ ਨਹੀਂ ਕੀਨਾ, ਕਦੇ ਸਾਧੂਆਂ ਦੀ ਸੰਗਤ ਪਿਆਰ ਨਾਲ ਨਹੀਂ ਕੀਤੀ, ਨਾ ਹੀ ਪਿਆਰ ਲਾ ਕੇ ਦਿਲ ਦਾ ਮਹਾਰਾਜ ਪ੍ਰਭੂ ਦੀ ਕੀਰਤੀ ਵੀ ਨਹੀਂ ਗਾਈ, ਜਸ ਵੀ ਨਹੀਂ ਕੀਤਾ। ਜਨ ਨਾਨਕ ਮੈਂ ਨਾਹਿ ਕੋ ਗੁਣ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖਿਆ ਦਿੰਦੇ ਐ ਕਿ ਹੇ ਗੁਰਸਿੱਖੋ, ਇਉਂ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ, ਜਨ ਨਾਨਕ ਮੈਂ ਨਾਹਿ ਕੋ ਗੁਣ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਸੱਚੇ ਪਾਤਸ਼ਾਹ ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਚਾਹੀਦੇ ਆ ਨਾ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖਿਆ ਦਿੰਦੇ ਐ, ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਆ। ਹਜੂਰ ਆਪ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਕਹਿੰਦੇ ਜਨ ਨਾਨਕ ਮੈਂ ਨਾਹਿ ਕੋ ਗੁਣ। ਆਪ ਸੱਚੇ ਪਾਤਸ਼ਾਹ ਮਹਾਰਾਜ ਨਿਰੰਕਾਰ ਸਰੂਪ ਸਤਿਗੁਰੂ ਜੀ ਇਉਂ ਨਿਮਰਤਾ ਨਾਲ ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਰਹੇ ਐ। ਆਖੋ ਕਿ ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਸੱਚੇ ਪਾਤਸ਼ਾਹ ਆਪ ਮਿਹਰ ਕਰੋ, ਰਾਖ ਲਿਓ ਸਰਨਾਈ। ਮਹਾਰਾਜ ਮੈਂ ਐਡਾ ਗੁਨਾਹਗਾਰ ਹਾਂ ਤੇ ਕਿਰਪਾ ਕਰਕੇ ਮਹਾਰਾਜ ਤੁਹਾਡੇ ਤੋਂ ਬਿਨਾਂ ਮੈਨੂੰ ਕੌਣ ਬਚਾ ਸਕਦਾ ਹੈ। ਰਾਖ ਲਿਓ ਸਰਨਾਈ, ਮਹਾਰਾਜ ਮੈਨੂੰ ਕਿਰਪਾ ਕਰਕੇ ਆਪਣੀ ਸ਼ਰਨ ਰੱਖ ਲਓ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਹ ਸੱਚੇ ਪਾਤਸ਼ਾਹ ਆਪਣੀ ਸ਼ਰਨ ਰੱਖ ਲਓ। ਇਹ ਜਦੋਂ ਪਿਆਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਉਸ ਦਿਲ ਤੋਂ ਇਹ ਬੇਨਤੀਆਂ ਨਿਕਲਦੀਆਂ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਮੈਂ ਤਾਂ ਅਪਰਾਧੀ ਹਾਂ, ਗਰੀਬ ਨਵਾਜ, ਗੁਨਾਹਗਾਰ ਹਾਂ ਤੇ ਬੇਮੁਖ ਹਾਂ ਮਹਾਰਾਜ, ਮੰਦਾ ਮੇਰੇ ਚਿੱਤ ਦਾ ਸੁਭਾਅ ਹੈ। ਇਹ ਭਾਈ ਸਾਹਿਬ ਬੇਨਤੀ ਕਰਨ ਦੀ ਜਾਚ ਦੱਸਦੇ, ਕਹਿੰਦੇ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ। ਮਹਾਰਾਜ ਮੈਂ ਪਰਾਇਆ ਘਰਾਂ ਵੱਲ ਜਿਹੜਾ ਹੈ ਪਰ ਇਸਤਰੀਆਂ ਨੂੰ ਵੇਖਦਾ, ਚੋਰੀ ਕਰਨ ਦਾ ਸੁਭਾਅ ਹੈ, ਯਾਰੀ ਦਾ ਵਿਭਚਾਰੀ ਦਾ ਸੁਭਾਅ ਹੈ, ਜੂਆ ਖੇਡਣ ਦਾ ਸੁਭਾਅ ਹੈ, ਨਿੰਦਕ ਦੁਸ਼ਟ ਹਰਾਮ ਖੋਰ। ਫਿਰ ਨਿੰਦਾ ਕਰਦਾ ਹਾਂ, ਦੁਸ਼ਟਤਾਈ ਕਰਦਾ ਹਾਂ, ਹਰਾਮ ਖੋਰ ਹਾਂ ਮਹਾਰਾਜ, ਕਿਉਂਕਿ ਖਾਧਾ ਹੋਇਆ ਜਿੱਥੋਂ ਖਾਈਏ ਤੇ ਉਹਦਾ ਜਿਹੜਾ ਹੈ ਵਫਾਦਾਰ ਹੋਈਏ। ਪਰ ਮਹਾਰਾਜ ਐਸਾ ਹਰਾਮ ਖੋਰ ਹਾਂ ਕਿ ਆਪ ਦਾ ਖਾ ਕਰਕੇ ਮਹਾਰਾਜ ਆਗਿਆ ਨਹੀਂ ਪਾਲਦਾ। ਨਾਮ ਜਪਣਾ ਚਾਹੀਦਾ ਨਾ, ਤਾਂ ਮਹਾਰਾਜ ਆਪ ਦਾ ਨਾਮ ਨਹੀਂ ਜਪਦਾ। ਇਉਂ ਭਾਈ ਸਾਹਿਬ ਸਾਨੂੰ ਨਿਮਰਤਾ ਨਾਲ ਬੇਨਤੀ ਕਰਨ ਦੀ ਜਾਚ ਦੱਸਦੇ ਐ ਤੇ ਕਹਿੰਦੇ ਆ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ। ਮਹਾਰਾਜ ਅੰਦਰ ਗੁਣ ਤਾਂ ਕੋਈ ਵੀ ਨਹੀਂ। ਸੱਚੇ ਪਾਤਸ਼ਾਹ ਕਾਮ ਭਰਿਆ ਹੋਇਆ ਮੇਰੇ ਅੰਦਰ, ਵਾਸ਼ਨਾ ਲਬਾਲਬ ਭਰੀ ਹੋਈ ਹੈ,
ਕ੍ਰੋਧ ਦਾ ਸੜਿਆ ਹੋਇਆ ਮਨ, ਮਦ ਨਸ਼ਾ ਚੜਿਆ ਹੋਇਆ ਇਹਨਾਂ ਦਾ, ਤੇ ਸੱਚੇ ਪਾਤਸ਼ਾਹ ਲੋਭ ਵਿੱਚ ਚਿੱਤ ਗਰਸਿਆ ਹੋਇਆ, ਮੋਹ ਵਿੱਚ ਮਾਰਿਆ ਹੋਇਆ, ਤੇ ਕਰਦਾ ਹਾਂ ਹੰਕਾਰ ਕਿ ਮੈਂ ਬੜਾ ਚੰਗਾ ਹਾਂ। ਅੰਦਰ ਔਗਣ ਹੀ ਔਗਣ ਮੈਂ, ਗੁਣ ਕੋਈ ਵੀ ਨਹੀਂ, ਤੇ ਮਹਾਰਾਜ ਹੰਕਾਰ ਕਰਦਾ ਹਾਂ। ਵਿਸ਼ਵਾਸ ਘਾਤੀ ਅਕਿਰਤ ਘਨ ਮੈਂ ਕੋ ਨਾ ਰਖੰਦਾ। ਮਹਾਰਾਜ ਜਿਹੜਾ ਗੁਣ ਕਰੇ, ਉਪਕਾਰ ਕਰੇ, ਉਹਦੇ ਵਿਸ਼ਵਾਸ ਦਾ ਘਾਤ ਕਰਦਾ ਹਾਂ, ਕਿਉਂਕਿ ਇਹੋ ਜੀ ਮਨ ਦੀ ਭੈੜੀ ਬਿਰਤੀ ਹੈ। ਅਕਿਰਤ ਘਣ ਹੈ ਮਹਾਰਾਜ, ਆਪ ਦਾ ਖਾ ਕੇ ਤੁਹਾਡਾ ਨਾਮ ਨਹੀਂ ਮਹਾਰਾਜ ਮੈਂ ਜਪਦਾ, ਇਸ ਕਰਕੇ ਅਕਿਰਤ ਘਣ ਹਾਂ ਮੈਂ ਕੋ ਨਾ ਰਖੰਦਾ। ਮਹਾਰਾਜ ਮੈਨੂੰ ਕੋਈ ਨਹੀਂ ਰੱਖ ਸਕਦਾ, ਕੋਈ ਨਹੀਂ ਬਚਾ ਸਕਦਾ। ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਵਿੱਚ ਕਹਿੰਦੇ ਨੇ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ਣ ਦਾ। ਕਹਿੰਦੇ ਸਤਿਗੁਰੂ ਜੀ ਹੀ ਬਖਸ਼ਣ ਵਾਲੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਨ ਵਾਲਾ ਢਾਡੀ ਬਣ ਕਰਕੇ ਸਿਮਰ ਲੈ ਮਨਾ, ਸਤਿਗੁਰੂ ਨੂੰ ਚੇਤੇ ਕਰ ਲੈ, ਮਹਾਰਾਜ ਦੀ ਸ਼ਰਨ ਪੈ ਜਾ। ਮਹਾਰਾਜ ਸਤਿਗੁਰੂ ਜੀ ਤੁਹਾਡੇ ਤੋਂ ਬਿਨਾ ਇਹੋ ਜਿਹੇ ਮੇਰੇ ਵਰਗੇ ਪਾਪੀ ਨੂੰ ਕੌਣ ਬਖਸ਼ ਸਕਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਐ। ਹਜੂਰ ਫਰਮਾਉਂਦੇ ਹਨ, ਸਾਧ ਸੰਗ ਕਬਹੂ ਨਹੀਂ ਕੀਨਾ। ਮਹਾਰਾਜ ਮੈਂ ਸਤ ਸੰਗਤ ਸਾਧੂਆਂ ਦਾ ਸੰਗ ਕਦੇ ਨਹੀਂ ਮਨ ਲਾ ਕਰਕੇ ਕੀਤਾ। ਨਹਿ ਕੀਰਤ ਪ੍ਰਭ ਗਾਈ, ਨਾ ਹੀ ਕਦੇ ਪ੍ਰਭੂ ਵਾਹਿਗੁਰੂ ਆਪ ਦੀ ਕੀਰਤੀ ਗਾਈ। ਮਹਾਰਾਜ ਕਦੇ ਪਰਮੇਸ਼ਰ ਦਾ ਜਸ ਵੀ ਮੈਂ ਨਹੀਂ ਕੀਤਾ। ਜਨ ਨਾਨਕ ਮੈਂ ਨਾਹੇ ਕੋ ਗੁਣ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਸੱਚੇ ਪਾਤਸ਼ਾਹ ਸੁਭ ਗੁਣ ਹੈ ਹੀ ਕੋਈ ਨਹੀਂ। ਤੇ ਮਹਾਰਾਜ ਕਿਹ ਬਿਦ ਲਖੋਂ ਗੁਸਾਈ, ਮੈਂ ਕਿਹੜੇ ਤਰੀਕੇ ਨਾਲ ਮਾਲਕ ਨੂੰ ਲੱਖ ਸਕਦਾ, ਮੇਰੀ ਹਾਲਤ ਇੰਨੀ ਮਾੜੀ ਹੈ। ਸੱਚੇ ਪਾਤਸ਼ਾਹ ਮਹਾਰਾਜ ਮੈਂ ਇਹੋ ਜਿਹਾ ਭੈੜਾ ਹਾਂ, ਕੋਈ ਗੁਣ ਨਹੀਂ ਮੇਰੇ ਵਿੱਚ। ਰਾਖ ਲਿਹੋ ਸਰਨਾਈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਸ਼ਰਨ ਗਰੀਬ ਨਵਾਜ ਰੱਖ ਲਓ। ਮਹਾਰਾਜ ਆਪ ਦੀ ਸ਼ਰਨ ਤੋਂ ਬਿਨਾ ਕੋਈ ਆਸਰਾ ਨਹੀਂ ਹੋਰ। ਸੱਚੇ ਪਾਤਸ਼ਾਹ ਜੀ ਮੇਰੇ ਵਰਗੇ ਪਾਪੀ ਨੂੰ ਕੋਈ ਨਹੀਂ ਹੋਰ ਉਧਾਰ ਸਕਦਾ। ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਤੇਗ ਬਹਾਦਰ ਸਾਹਿਬ, ਆਪ ਹੀ ਕਿਰਪਾ ਕਰਕੇ ਮਹਾਰਾਜ ਮੇਰੀ ਕਲਿਆਣ ਕਰੋ। ਇਉਂ ਹਜੂਰ ਫਰਮਾਉਂਦੇ ਹਨ, ਸੋਰਠ ਮਹੱਲਾ ਨਾਵਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਸੋਰਠ ਅੰਦਰ ਹਜੂਰ ਬਖਸ਼ਿਸ਼ ਕਰਦੇ ਨੇ। ਮਾਈ ਮਨ ਮੇਰੋ ਬਸ ਨਾਹੇ। ਸੱਚੇ ਪਾਤਸ਼ਾਹ ਜੀ ਮਹਾਰਾਜ ਮਨ ਦੇ ਪਰਥਾਏ ਹਜੂਰ ਫਿਰ ਸਿੱਖਿਆ ਦਿੰਦੇ ਐ। ਹੇ ਮੇਰੇ ਮਾਤਾ ਪਿਤਾ ਗੁਰੂ ਸਾਹਿਬ ਜੀ, ਆਪ ਮਾਤਾ ਦੀ ਨਿਆਈ ਮਹਾਰਾਜ ਪ੍ਰਤਪਾਲਣਾ ਕਰਦੇ ਹੋ, ਪਿਤਾ ਦੀ ਨਿਆਈ ਮਹਾਰਾਜ ਰੱਖਿਆ ਕਰਦੇ ਹੋ। ਮਹਾਰਾਜ ਜਿਹੜਾ ਮੇਰਾ ਮਨ ਮੈਂ ਇਹ ਸੱਚੇ ਪਾਤਸ਼ਾਹ ਵੇਖਿਆ ਕਿ ਮੇਰੇ ਵਸ ਵਿੱਚ ਹੀ ਨਹੀਂ ਹੈ, ਕਿਉਂਕਿ ਜਦੋਂ ਅਗਿਆਨ ਕਾਲ ਹੁੰਦਾ ਨਾ, ਸੋਝੀ ਨਹੀਂ ਹੁੰਦੀ, ਉਦੋਂ ਇਹੀ ਜੀਵ ਨੂੰ ਰਹਿੰਦਾ ਹੈ ਕਿ ਮੈਂ ਆਪਣੀ ਮਰਜ਼ੀ ਕਰਦਾ, ਮਨ ਦੇ ਅਨੁਸਾਰ ਜੋ ਜੀ ਚਾਹੇ ਕਰਦਾ ਹਾਂ। ਪਰ ਜਦੋਂ ਕਿਤੇ ਸਤ ਸੰਗਤ ਕਰਦਾ ਨਾ, ਉਦੋਂ ਪਤਾ ਲੱਗ ਜਾਂਦਾ ਹੈ ਕਿ ਮਨ ਤਾਂ ਸ਼ਬਦ ਵਿੱਚ ਜੁੜਦਾ ਹੀ ਨਹੀਂ। ਜਿਸ ਮਨ ਦੀ ਬਾਬਤ ਤੂੰ ਸੋਚਦਾ ਹੈ ਕਿ ਮੈਂ ਮਰਜ਼ੀ ਕਰ ਰਿਹਾ, ਜੇ ਮਰਜ਼ੀ ਤੇਰੀ ਚੱਲਦੀ ਹੈ ਤਾਂ ਫਿਰ ਸ਼ਬਦ ਵਿੱਚ ਜੋੜ ਕੇ ਵੇਖ। ਜੇ ਤੇਰੀ ਮਰਜ਼ੀ ਚੱਲਦੀ ਹੈ ਤੇ ਸੁਭ ਗੁਣ ਧਾਰਨ ਕਰਕੇ ਵੇਖ। ਜਦੋਂ ਇਹ ਪਤਾ ਲੱਗਦਾ ਨਾ ਤੇ ਫਿਰ ਇਹ ਅਰਦਾਸ ਨਿਕਲਦੀ ਹੈ, ਹੇ ਮੇਰੇ ਮਾਤਾ ਪਿਤਾ ਸੰਤ ਜਨੋ, ਮਨ ਮੇਰੋ ਬਸ ਨਾ ਹੈ। ਮਹਾਰਾਜ ਮੈਂ ਵੇਖਿਆ ਮਨ ਤਾਂ ਮੇਰੇ ਵਸ ਵਿੱਚ ਹੀ ਨਹੀਂ ਹੈ, ਇਹ ਮੇਰੇ ਆਖੇ ਹੀ ਨਹੀਂ ਲੱਗਦਾ ਹੈ। ਨਿਸ ਬਾਸੁਰ ਵਿਖਿਆਨ ਕੋ ਧਾਵਤ। ਰਾਤ ਦਿਨ ਵਿਸ਼ਿਆਂ ਵਾਸਤੇ ਹੀ ਮਨ ਜਿਹੜਾ ਇਹ ਦੌੜਦਾ ਰਹਿੰਦਾ ਹੈ। ਰਾਤ ਦਿਨ ਹੀ ਮਨ ਜਿਹੜਾ ਵਿਸ਼ਿਆਂ ਨੂੰ ਇਹ ਚੇਸ਼ਟਾ ਕਰਦਾ, ਇੱਛਾ ਕਰਦਾ ਕਿ ਵਿਸ਼ੇ ਵਿਕਾਰ ਭੋਗਣ ਨੂੰ ਪ੍ਰਾਪਤ ਹੋਣ। ਨਿਸ ਰਾਤ ਤੇ ਬਾਸਰ ਦਿਨ ਵਿਸ਼ੇ ਵਿਖਿਆਨ ਕੋ ਧਾਵਤ, ਵਿਸ਼ਿਆਂ ਦੀ ਪ੍ਰਾਪਤੀ ਵਾਸਤੇ ਧੌਂਦਾ ਰਹਿੰਦਾ, ਫੁਰਨਿਆਂ ਰੂਪ ਭਟਕਦਾ ਰਹਿੰਦਾ ਹੈ, ਸੰਕਲਪ ਕਰਨ ਰੂਪ ਦੌੜਦਾ ਰਹਿੰਦਾ ਹੈ। ਕਿਹ ਬਿਦ ਰੋਕੋ ਤਾਹੇ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਕਿਹ ਬਿਦ ਰੋਕੋ ਤਾਹੇ, ਤੇ ਇਸ ਮਨ ਨੂੰ ਮਹਾਰਾਜ ਮੈਂ ਕਿਹੜੀ ਵਿਧੀ ਨਾਲ ਰੋਕ ਲਵਾਂ, ਕਿਹੜੇ ਤਰੀਕੇ ਨਾਲ ਰੋਕ ਲਵਾਂ, ਕਿਉਂਕਿ ਮਾਈ ਮਨ ਮੇਰੋ ਬਸ ਨਾ ਹੈ। ਹੇ ਮਾਤਾ ਪਿਤਾ ਰੂਪ ਗੁਰੂ ਸਾਹਿਬ ਜੀ, ਮਾਤਾ ਪਿਤਾ ਰੂਪ ਸੰਤ ਜਨੋ,
ਇਹ ਮਨ ਤਾਂ ਮਹਾਰਾਜ ਮੇਰੇ ਵਸ ਵਿੱਚ ਨਹੀਂ ਹੈ, ਇਹ ਮੇਰੇ ਕਾਬੂ ਵਿੱਚ ਨਹੀਂ ਹੈ। ਰਾਤ ਦਿਨ ਹੀ ਵਿਸ਼ਿਆਂ ਵਿਕਾਰਾਂ ਦੇ ਸੰਕਲਪ ਕਰਦਾ ਰਹਿੰਦਾ ਹੈ, ਫੁਰਨੇ ਉਠਾਉਂਦਾ ਰਹਿੰਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਉਹ ਵਿਧੀ ਤਾਂ ਦੱਸ ਦਿਓ ਸੱਚੇ ਪਾਤਸ਼ਾਹ, ਉਹ ਤਰੀਕਾ ਦੱਸ ਦਿਓ ਕਿ ਜਿਸ ਤਰੀਕੇ ਨਾਲ, ਜਿਸ ਵਿਧੀ ਨਾਲ ਮਹਾਰਾਜ ਮੈਂ ਆਪਣੇ ਮਨ ਨੂੰ ਰੋਕ ਲਵਾਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਵੇਦ ਪੁਰਾਨ ਸਿਮਰਤ ਕੇ ਮਤ। ਸੁਣ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ, ਫਿਰ ਪੜੋ ਵਿਸ਼ਰਾਮ ਲਾ ਕੇ। ਵੇਦ ਪੁਰਾਨ ਸਿਮਰਤ ਕੇ ਮਤ ਸੁਨ। ਵੇਦਾਂ ਦੇ ਜਿਹੜੇ 4 ਵੇਦ ਨੇ, 18 ਪੁਰਾਣ ਹਨ, 27 ਸਿਮਰਤੀਆਂ ਹਨ, ਇਹਨਾਂ ਦੇ ਮਤ ਉਪਦੇਸ਼ ਨੂੰ ਸੁਣਦਾ ਤਾਂ ਹੈ ਮਹਾਰਾਜ ਮੈਂ। ਇਹ ਵੇਦਾਂ ਦਾ ਉਪਦੇਸ਼ ਵੀ ਬੜਾ ਸੁਣਿਆ, ਫਿਰ ਪੁਰਾਣਾਂ ਦਾ ਉਪਦੇਸ਼ ਵੀ ਬੜਾ ਸੁਣਿਆ, ਪੜ੍ਹ ਪੜ੍ਹ ਕੇ ਕਥਨ ਕਰਨ ਦੀ ਵੀ ਬੜੀ ਉਗਤ ਜੁਗਤ ਲਾ ਕੇ ਲੋਕਾਂ ਨੂੰ ਰੁਝਾਉਣਾ ਹਾਂ। ਸਿਮਰਤੀਆਂ ਦਾ ਉਪਦੇਸ਼ ਵੀ ਮਹਾਰਾਜ ਜਿਹੜਾ ਹੈ, ਮਤ ਉਪਦੇਸ਼ ਸੁਣ ਕਰਕੇ, ਮਤਾਂ ਮਤਾਂਤਰਾਂ ਦਾ ਉਪਦੇਸ਼ ਸੁਣ ਕਰਕੇ ਨਿਮਖ ਨਾਹੀਏ ਬਸਾਵੈ। ਅੱਖ ਦੇ ਖੋਲਣ ਤੇ ਬੰਦ ਕਰਨ ਜਿੰਨਾ ਸਮਾਂ ਵੀ ਆਪਣੇ ਹਿਰਦੇ 'ਚ ਨਹੀਂ ਵਸਾਉਂਦਾ, ਲੋਕਾਂ ਨੂੰ ਹੀ ਦ੍ਰਿੜਾਈ ਜਾਂਦਾ ਹੈ। ਮਹਾਰਾਜ ਇਹੋ ਜਿਹੇ ਮੇਰੇ ਮਨ ਦੀ ਹਾਲਤ ਵੈ, ਇਹ ਮੈਂ ਸੁਣਦਾ ਤਾਂ ਹਾਂ ਬੜਾ ਉਪਦੇਸ਼, ਬਹੁਤ ਜ਼ਿਆਦਾ, ਪਰ ਨਿਮਖ ਨਾਹੀਏ ਬਸਾਵੈ। ਨਿਮਖ ਮਾਤਰ ਵੀ ਉਪਦੇਸ਼ ਨਾ ਵੇਦਾਂ ਦਾ, ਨਾ ਪੁਰਾਣਾਂ ਦਾ, ਨਾ ਸਿਮਰਤੀਆਂ ਦਾ, ਤਰ੍ਹਾਂ ਤਰ੍ਹਾਂ ਦੇ ਮਤਾਂ ਮਤਾਂਤਰਾਂ ਦਾ ਜਿੰਨਾ ਵੀ ਕੋਈ ਚੰਗਾ ਉਪਦੇਸ਼ ਹੈ ਮਹਾਰਾਜ, ਇਹ ਨਿਮਖ ਮਾਤਰ, ਥੋੜਾ ਮਾਤਰ ਵੀ ਮੇਰਾ ਮਨ ਜਿਹੜਾ ਅੰਦਰ ਨਹੀਂ ਵਸਾਉਂਦਾ, ਹਿਰਦੇ ਵਿੱਚ ਨਹੀਂ ਵਸਾਉਂਦਾ ਹਾਂ। ਪਰ ਧਨ ਪਰ ਦਾਰਾ ਸਿਓ ਰਚਿਓ। ਮੇਰੀ ਹਾਲਤ ਕੀ ਹੈ ਮਹਾਰਾਜ, ਪਰਾਏ ਧਨ ਵੱਲ ਵੇਖ ਵੇਖ ਕਰਕੇ ਹਰ ਵੇਲੇ ਝੂਰਦਾ ਰਹਿੰਦਾ ਹਾਂ ਤੇ ਸੋਚਦਾ ਮੇਰੇ ਕੋਲ ਕਿਵੇਂ ਆਵੇ, ਮੈਨੂੰ ਕਿਵੇਂ ਜ਼ਿਆਦਾ ਧਨ ਇਹਦੇ ਨਾਲੋਂ ਪ੍ਰਾਪਤ ਹੋਵੇ। ਤੇ ਕਿਉਂਕਿ ਸਮਾਜ ਵਿੱਚ ਇਹੀ ਸੋਚਦੇ ਰਹਿੰਦੇ ਆ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ ਕਿ ਮੇਰੇ ਕੋਲ ਧਨ ਜ਼ਿਆਦਾ ਹੋਵੇਗਾ ਤੇ ਮੈਂ ਦੂਸਰੇ ਤੇ ਪ੍ਰਭਾਵ ਪਾ ਸਕਾਂਗਾ। ਰਿਸ਼ਤੇਦਾਰੀਆਂ ਵਿੱਚ ਵੀ ਇਹੋ ਕੁਝ ਹੀ ਹੈ ਜਦੋਂ ਗੁਰਮਤਿ ਤੋਂ ਹੀ ਟੁੱਟੇ ਆ। ਇਸ ਪ੍ਰਕਾਰ ਸਤਿਗੁਰੂ ਜੀ ਦੀ ਸੰਗਤ ਨਾਲ ਪਿਆਰ ਨਹੀਂ, ਕਹਿਣ ਨੂੰ ਤਾਂ ਅਸੀਂ ਉੱਤੋਂ ਗੁਰਸਿੱਖੀ ਵਾਲਾ ਸਰੂਪ ਬਣਾਇਆ ਹੋਇਆ ਤੇ ਬੜੇ ਚੰਗੇ ਬਣਨ ਦਾ ਸਬੂਤ ਸਮਾਜ ਵਿੱਚ ਦਿੰਨੇ ਆ, ਪਰ ਹਾਲਤ ਇਹੋ ਜੀ ਹੈ, ਇਸੇ ਕਰਕੇ ਸਮਾਜ ਗੰਧਲਾ ਹੁੰਦਾ ਜਾਂਦਾ ਹੈ। ਜਿਨ੍ਹਾਂ ਦੇ ਮਨ ਜਾਗਦੇ ਆ ਉਹ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਆ, ਸੱਚੇ ਪਾਤਸ਼ਾਹ ਇਹੋ ਜੀ ਹਾਲਤ ਹੈ ਕਿ ਪਰਾਇਆ ਧਨ ਵੇਖ ਕਰਕੇ ਨਾ ਬਹੁਤ ਜ਼ਿਆਦਾ ਮਨ ਜਿਹੜਾ ਉਹ ਦੁੱਖ ਮੰਨਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੇ ਕੋਲ ਇਹਦੇ ਨਾਲੋਂ ਜ਼ਿਆਦਾ ਹੋਵੇ ਤੇ ਮੇਰਾ ਪ੍ਰਤਾਪ ਜ਼ਿਆਦਾ ਹੋਵੇ। ਪਰ ਧਨ ਪਰ ਦਾਰਾ ਨਿੰਦਿਆ ਰਸ ਰਚਿਓ। ਫਿਰ ਪੜੋ, ਪਰ ਧਨ ਪਰ ਦਾਰਾ ਸਿਓ ਰਚਿਓ। ਸਿਓ ਰਚਿਓ। ਮਹਾਰਾਜ ਕਹਿੰਦੇ ਪਰਾਏ ਧਨ ਨਾਲ ਇਹ ਸਤਿਗੁਰੂ ਜੀ ਦੇ ਅੱਗੇ ਅਰਦਾਸ ਜੋ ਗੁਰਸਿੱਖ ਪਿਆਰ ਸਹਿਤ ਭਿੱਜ ਕੇ ਇਉਂ ਕਰ ਸਕਦੇ ਆ ਨਾ, ਭਾਵ ਉਸ ਅਵਸਥਾ ਨੂੰ, ਉਸ ਜਗਿਆਸਾ ਨੂੰ ਮਹਾਰਾਜ ਦਿਖਾਉਂਦੇ ਆ ਕਿ ਆਪਣੇ ਔਗਣ ਗੁਰੂ ਸਾਹਿਬ ਦੇ ਅੱਗੇ ਕੱਢ ਕੇ ਬਾਹਰ ਰੱਖ ਦੇਣੇ ਚਾਹੀਦੇ ਆ। ਮਹਾਰਾਜ ਮੇਰੀ ਇਹ ਹਾਲਤ ਹੈ ਮਨ ਦੀ, ਤੇ ਜੇ ਕਰਕੇ ਇਹ ਔਗਣਾਂ ਨੂੰ ਛੁਪਾਵੇ, ਗੁਰੂ ਸਾਹਿਬ ਦੇ ਕੋਲ ਵੀ ਨਾ ਦੱਸੇ, ਡਾਕਟਰ ਨੂੰ ਜੇ ਰੋਗ ਨਾ ਦੱਸੇ ਤੇ ਫਿਰ ਡਾਕਟਰ ਦਵਾਈ ਕੀ ਦੇਵੇ ਉਹਨੂੰ ਇਲਾਜ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਹੈ ਵੈਦ ਇਹੋ ਜਿਹੇ ਹਨ ਕਿ ਰੋਗਦਾਰ ਦਾਰੂ ਦੋਵੇਂ ਬੁੱਝੈ, ਰੋਗ ਵੀ ਬੁੱਝ ਲੈਂਦੇ ਆ ਤੇ ਹਜੂਰ ਨੂੰ ਦਾਰੂ ਵੀ ਪਤਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਜਿਵੇਂ ਅਸੀਂ ਸਮਾਜ ਨੂੰ ਬਣ ਬਣ ਕੇ ਦਿਖਾਉਂਦੇ ਆ ਨਾ, ਅੰਦਰ ਹੁੰਦੀ ਤਾਂ ਈਰਖਾ ਹੈ, ਅੰਦਰ ਹੁੰਦੀ ਤਾਂ ਭਾਵਨਾ ਮਾੜੀ ਹੈ ਦੂਜੇ ਦਾ ਧਨ ਵੇਖ ਕਰਕੇ, ਪਰ ਬਾਹਰੋਂ ਦਿਖਾਉਂਦੇ ਹੋਏ ਜਿਹੜੇ ਆ ਉਹ ਝੂਠੇ ਜੇ ਮੂੰਹ ਨਾਲ ਉਸ ਨੂੰ ਵਧਾਈਆਂ ਦਿੰਦੇ ਆ, ਝੂਠੇ ਜੇ ਮੂੰਹ ਨਾਲ ਅੰਦਰੋਂ ਸੜ ਜਾਂਦੇ ਆ, ਪਰ ਅੰਦਰੋਂ ਬੜਾ ਚਿੱਤ ਦੁਖੀ ਹੁੰਦਾ ਕਿ ਇਹਦੇ ਕੋਲ ਧਨ ਕਿਉਂ ਜ਼ਿਆਦਾ ਹੋ ਗਿਆ। ਇਹ ਤਾਂ ਰੁਲਦਾ ਹੁੰਦਾ ਤੇ ਮੇਰੇ ਕੋਲ ਆ ਕੇ ਮੰਗਦਾ ਤੇ ਮੈਂ ਇਹਨੂੰ ਬੜੀ ਠਾਠ ਨਾਲ ਦਿੰਦਾ ਤੇ ਫਿਰ ਮੇਰੇ ਅਧੀਨ ਰਹਿੰਦਾ ਤੇ ਬੜਾ ਚੰਗਾ ਸੀਗਾ। ਇਸ ਤਰ੍ਹਾਂ ਸੋਚਦਾ ਮਨ। ਪਰ ਧਨ ਪਰ ਦਾਰਾ ਰਸ ਰਚਿਓ। ਫਿਰ ਪਰਾਈ ਦਾਰਾ ਜਿਹੜੀ ਇਸਤਰੀ ਹੈ ਉਹਦੇ ਰਸ ਵਿੱਚ ਰਚਿਆ ਰਹਿੰਦਾ ਹੈ ਮਨ, ਭਾਵੇਂ ਕਿ ਭੋਗਣ ਨੂੰ ਪ੍ਰਵਿਰਤ ਨਾ ਹੋਵੇ ਪਰ ਫਿਰ ਵੀ ਅੰਦਰ ਸੰਕਲਪ ਨਹੀਂ ਛੁਟਕਦੇ ਨਾ, ਅੰਦਰ ਸੰਕਲਪ ਉਹੋ ਹੀ ਬਣੇ ਰਹਿੰਦੇ ਆ।
ਭਾਵੇਂ ਬਾਹਰੋਂ ਜਿਹੜਾ ਹੈ ਬੜਾ ਉਹ ਜਤ ਸਤ ਵਾਲਾ ਸਰੂਪ ਬਣਿਆ ਰਵੇ, ਪਰ ਅੰਦਰ ਮਨ ਦੀ ਹਾਲਤ ਜਿਹੜੀ ਹੈ, ਉਹ ਜਿਹੜਾ ਮਨ ਦੇ ਅੰਦਰ ਮਦਨ ਚੋਰ ਭਾਵ ਕਾਮ ਰੂਪੀ ਚੋਰ ਹੈ ਨਾ, ਉਹਦੇ ਕਰਕੇ ਪਰ ਇਸਤਰੀ ਦੇ ਰਸ ਵਿੱਚ ਹੀ ਰਚਿਆ ਰਹਿੰਦਾ ਹੈ। ਉਧਰ ਨੂੰ ਹੀ ਸੰਕਲਪ ਜਿਹੜੇ ਇਹਦੇ ਬਣੇ ਰਹਿੰਦੇ ਆ, ਤੇ ਸੰਕਲਪਾਂ ਰਾਹੀਂ ਹੀ ਮਨ ਨੂੰ ਰਸ ਜਿਹੜਾ ਹੈ ਉਹ ਸੁਣ ਕੇ ਵੇਖ ਕੇ ਬੋਲ ਕੇ ਇਹੋ ਜਿਹੇ ਜਿਹੜੇ ਆ ਬਚਨ ਕਰਨ ਨਾਲ ਹੀ ਇਹਨਾਂ ਰਸਾਂ ਵਿੱਚ ਫਸਿਆ ਰਹਿੰਦਾ ਹੈ। ਮਹਾਰਾਜ ਇਹੋ ਜੀ ਹਾਲਤ ਹੈ, ਪਰਾਇਆ ਧਨ ਪਰਾਈ ਦਾਰਾ, ਇਹਨਾਂ ਦੇ ਰਸ ਵਿੱਚ ਮੇਰਾ ਮਨ ਰਚਿਆ ਹੋਇਆ ਲੱਗਿਆ ਹੋਇਆ ਏ। ਪਰ ਧਨ ਪਰ ਦਾਰਾ ਸਿਓ ਰਚਿਓ, ਸਿਓ ਇਹਨਾਂ ਦੇ ਨਾਲ ਪਰਾਏ ਧਨ ਨਾਲ ਪਰਾਈ ਦਾਰਾ ਇਸਤਰੀ ਨਾਲ ਰਚਿਆ ਹੋਇਆ ਮਿਲਿਆ ਹੋਇਆ। ਪਰਾਏ ਧਨ ਨੂੰ ਆਪਣੇ ਕੋਲ ਜਿਹੜਾ ਹੈ ਪ੍ਰਾਪਤ ਹੋਵੇ, ਇਹੀ ਇੱਛਾ ਬਣੀ ਰਹਿੰਦੀ ਹੈ ਕਿ ਇਹਦਾ ਧਨ ਖੁੱਸ ਜੇ ਤੇ ਮੈਨੂੰ ਆ ਕੇ ਮਿਲ ਜਾਵੇ, ਤੇ ਪਰਾਏ ਦੀ ਇਸਤਰੀ ਵੀ ਜਿਹੜੀ ਹੈ ਉਹ ਪ੍ਰਾਪਤ ਕਰਨ ਨੂੰ ਭੋਗਣ ਨੂੰ ਉਸ ਰਸ ਵਿੱਚ ਇੱਛਾ ਜਿਹੜੀ ਹੈ ਫਸੀ ਰਹਿੰਦੀ ਹੈ। ਬਿਰਥਾ ਜਨਮ ਸਿਰਾਵੈ, ਸਾਰਾ ਹੀ ਜਨਮ ਮਹਾਰਾਜ ਮੇਰਾ ਵਿਅਰਥ ਹੀ ਲੰਘ ਗਿਆ ਹੈ ਗਰੀਬ ਨਵਾਜ। ਇਹੋ ਜੀ ਮੇਰੀ ਬੁਰੀ ਹਾਲਤ ਹੈ, ਇਸ ਤਰ੍ਹਾਂ ਦਾ ਮੇਰਾ ਮਨ ਖੁੱਭਿਆ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਵਿਅਰਥ ਹੀ ਲੰਘ ਗਿਆ ਮੇਰਾ ਸਾਰਾ ਜਨਮ, ਪਰਾਏ ਧਨ ਦੇ ਵਿੱਚ ਚੇਸ਼ਟਾ ਕਰਦਿਆਂ ਹੋਇਆਂ ਇਹਦਾ ਪ੍ਰਤਾਪ ਨਾ ਵੱਧ ਜਾਵੇ, ਇਹ ਮੇਰੇ ਥੱਲੇ ਲੱਗ ਜਾਵੇ, ਇਹਦਾ ਇਸ ਪ੍ਰਕਾਰ ਇੰਨਾ ਕਿਉਂ ਜਸ ਵੈ। ਤੇ ਪਰਾਏ ਦੀ ਇਸਤਰੀ ਵੇਖ ਵੇਖ ਕੇ ਉਹਦੇ ਵਿੱਚ ਮਹਾਰਾਜ ਮਨ ਮੋਹਿਤ ਹੋਇਆ ਰਹਿੰਦਾ ਹੈ। ਇਸ ਬਿਦ ਜਨਮ ਸਿਰਾਵੈ, ਇਸ ਤਰ੍ਹਾਂ ਮਹਾਰਾਜ ਜਿਹੜਾ ਮੇਰਾ ਜਨਮ ਹੈ ਉਹ ਬਤੀਤ ਹੋ ਗਿਆ ਸਾਰਾ ਹੀ। ਮਦ ਮਾਇਆ ਕੈ ਭਇਓ ਬਾਵਰੋ, ਜਿਹੜੀ ਮਾਇਆ ਦਾ ਮਦ ਨਸ਼ਾ ਵੈ, ਇਹ ਮਹਾਰਾਜ ਇੰਨਾ ਚੜਿਆ ਹੈ ਕਿ ਭਇਓ ਬਾਵਰੋ, ਮੈਂ ਕਮਲਾ ਹੀ ਹੋ ਗਿਆ, ਸ਼ਦਾਈ ਹੋ ਗਿਆ ਮਹਾਰਾਜ। ਇਹੋ ਜੀ ਬੁਰੀ ਹਾਲਤ ਹੋਈ ਮੇਰੀ। ਸੂਜਤ ਨਹਿ ਕਛ ਗਿਆਨਾ, ਕੁਝ ਵੀ ਗਿਆਨ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸੁਝਦਾ ਹੈ, ਕੋਈ ਸੋਝੀ ਨਹੀਂ, ਕੋਈ ਅਕਲ ਨਹੀਂ ਆਉਂਦੀ ਐ। ਘਟ ਹੀ ਭੀਤਰ ਬਸਤ ਨਿਰੰਜਨ, ਜਿਹੜਾ ਹਿਰਦੇ ਦੇ ਅੰਦਰ ਸੁੱਧ ਸਰੂਪ ਵਾਹਿਗੁਰੂ ਜੀ ਵਸਦਾ ਏ, ਤਾਕੋ ਮਰਮ ਨਾ ਜਾਣਾ, ਉਹ ਸਰੂਪ ਦਾ ਮਰਮ ਭੇਦ ਮੈਂ ਜਾਣਿਆ ਨਹੀਂ। ਮਦ ਮਾਇਆ ਕੈ ਫਿਰ ਪੜੋ, ਮਦ ਮਾਇਆ ਕੈ ਭਇਓ ਬਾਵਰੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਜਿਹੜਾ ਮਨ ਰਾਤ ਦਿਨ ਵਿਸ਼ਿਆਂ ਨੂੰ ਦੌੜਦਾ ਰਹਿੰਦਾ ਨਾ, ਪੁੱਛਿਆ ਨਾ ਮਾਈ ਮਨ ਮੇਰੋ ਬਸ ਨਾ ਹੈ, ਮੇਰੇ ਵਸ ਨਹੀਂ ਹੈ ਮਨ, ਤੇ ਧਾਉਂਦਾ ਰਹਿੰਦਾ ਰਾਤ ਦਿਨ ਵਿਸ਼ਿਆਂ ਬਕਾਰਾਂ ਨੂੰ। ਨਿਸਬਾਸਰ ਵਿਖਿਆਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ, ਕਿਹੜੇ ਤਰੀਕੇ ਨਾਲ ਉਹਨੂੰ ਰੋਕਣਾ ਕਰਾਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਦੂਸਰੇ ਬੰਦ ਵਿੱਚ ਹਜੂਰ ਉੱਤਰ ਦਿੰਦੇ ਆ, ਮਦ ਮਾਇਆ ਕੈ ਭਇਓ ਬਾਵਰੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਤੇਰਾ ਮਨ ਤਾਂ ਦੌੜਦਾ ਰਹਿੰਦਾ ਹੈ ਕਿ ਤੂੰ ਤਾਂ ਨਹੀਂ ਇਹਨੂੰ ਰੋਕ ਪਾਉਂਦਾ, ਅਸਲ 'ਚ ਤੂੰ ਨਸ਼ੇ ਵਿੱਚ ਕਮਲਾ ਹੋ ਗਿਆ। ਜਿਹੜਾ ਮਾਇਆ ਦਾ ਮਦ ਨਸ਼ਾ ਹੈ ਨਾ, ਇਹਦੇ ਕਰਕੇ ਤੂੰ ਬਾਵਰਾ ਹੋ ਗਿਆ, ਕਮਲਾ ਹੋ ਗਿਆ ਹੈ। ਸੂਜਤ ਨਹਿ ਕਛ ਗਿਆਨਾ, ਕੋਈ ਗਿਆਨ ਦਾ ਉਪਦੇਸ਼ ਤੈਨੂੰ ਸੁਝਦਾ ਹੀ ਨਹੀਂ। ਗਿਆਨ ਦਾ ਉਪਦੇਸ਼ ਸੁਣ ਕਰਕੇ ਵੀ ਤੂੰ ਸੋਝੀ ਨਹੀਂ ਕਰਦਾ। ਸੁਣ ਲੈਣਾ ਹੈ, ਘੜੀ ਪਲ ਤੈਨੂੰ ਅਸਰ ਰਹਿੰਦਾ ਵੀ ਹੈ, ਪਰ ਤੂੰ ਜੀਵਨ ਨਹੀਂ ਢਾਲਦਾ ਉਸ ਦੇ ਮੁਤਾਬਕ। ਤੇ ਪੁੱਛਦਾ ਕਿਹ ਬਿਦ ਰੋਕੋ ਤਾਹੇ। ਵਿਧੀ ਤਾਂ ਇਹ ਹੈ ਨਾ ਕਿ ਗਿਆਨ ਦਾ ਉਪਦੇਸ਼ ਸੁਣ ਤੇ ਫਿਰ ਉਸ ਦੀ ਸੋਝੀ ਕਰ, ਫਿਰ ਸੁਰਤ ਕਰ, ਗਿਆਨ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਦ ਮਾਇਆ ਕੈ ਭਇਓ ਬਾਵਰੋ, ਮਾਇਆ ਦੇ ਮਦ ਨਸ਼ੇ ਵਿੱਚ ਤੂੰ ਬਾਵਰਾ ਹੋ ਗਿਆ, ਕਮਲਾ ਹੋ ਗਿਆ। ਸੂਝਤ ਨਹਿ ਕਛ ਗਿਆਨਾ, ਕੁਝ ਵੀ ਗਿਆਨ ਨਹੀਂ ਤੈਨੂੰ ਸੁਝਦਾ। ਤੂੰ ਦੇਹ ਨਹੀਂ ਹੈ, ਤੂੰ ਕਾਰਨ ਸਰੀਰ ਨਹੀਂ ਹੈ, ਤੂੰ ਸੂਖਸ਼ਮ ਸਰੀਰ ਨਹੀਂ ਹੈ, ਇਹ ਤੈਨੂੰ ਸੁਝਦਾ ਹੀ ਨਹੀਂ। ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਤੂੰ ਹੈ ਕੀ ਹੈ, ਤੈਨੂੰ ਸੋਝੀ ਕੁਝ ਨਹੀਂ ਆਉਂਦੀ ਐ। ਘਟ ਹੀ ਭੀਤਰ ਬਸਤ ਨਿਰੰਜਨ, ਜੋ ਸੁੱਧ ਸਰੂਪ ਹੈ ਨਾ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਸੁੱਧ ਸਰੂਪ, ਉਹ ਤਾਂ ਤੇਰੇ ਘਟ ਹਿਰਦੇ ਦੇ ਭੀਤਰ ਵਿੱਚ ਵਸ ਰਿਹਾ ਏ। ਤਾਕੋ ਮਰਮ ਨਾ ਜਾਣਾ, ਤੇ ਇਸ ਸਰੂਪ ਦਾ ਤੂੰ ਮਰਮ ਭੇਦ ਜਾਣਿਆ ਹੀ ਨਹੀਂ। ਵਾਹਿਗੁਰੂ ਤੇਰੇ ਅੰਦਰ ਵਸ ਰਿਹਾ ਹੈ ਤੇ ਤੂੰ ਸੁਖ ਬਾਹਰ ਭਾਲਦਾ ਫਿਰਦਾ ਹੈ। ਪਰਾਏ ਦਾ ਧਨ
ਹੜੱਪਣ ਲਈ ਤੈਨੂੰ ਲੱਗਦਾ ਹੈ ਕਿ ਮਾਇਆ ਵੱਧ ਹੋਈ ਤਾਂ ਪ੍ਰਤਾਪ ਜ਼ਿਆਦਾ ਹੋਊ ਤੇ ਫਿਰ ਸ਼ਾਇਦ ਸੁਖੀ ਹੋਵਾਂਗਾ। ਰਾਜੇ ਪੁੱਛ ਲੈ ਕਿੰਨਾ ਪ੍ਰਤਾਪ ਭੋਗਦੇ ਪਏ, ਕਿੰਨੀ ਮਾਇਆ ਹੈ, ਫਿਰ ਵੀ ਕਿੰਨੇ ਦੁਖੀ ਹੈ, ਫਿਰ ਤੂੰ ਕਿਹੜੇ ਮਗਰ ਲੱਗ ਗਿਆ? ਫਿਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਕਰਕੇ ਭੁੱਲਾਂ ਕੀਤੀਆਂ, ਗਲਤੀਆਂ ਕੀਤੀਆਂ, ਉਹ ਇੰਦਰ ਵਰਗੇ ਵੀ ਇਸ ਰਸ ਵਿੱਚ ਫਸੇ ਹੋਏ ਤਬਾਹ ਹੋ ਗਏ, ਤੇ ਤੂੰ ਕਿੱਧਰ ਉਹਨਾਂ ਪਿੱਛੇ ਲੱਗਾ ਹੋਇਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਇਹ ਤੂੰ ਮਰਮ ਨਹੀਂ ਜਾਣਿਆ ਹੈ, ਭੇਦ ਨਹੀਂ ਜਾਣਿਆ ਸੁੱਖ ਦਾ, ਤੇ ਫਿਰ ਤੂੰ ਕਿਸ ਤਰੀਕੇ ਨਾਲ ਮਨ ਨੂੰ ਰੋਕ ਸਕੇਂਗਾ? ਇਹ ਭੇਦ ਗੁਰੂ ਸਾਹਿਬ ਤੋਂ ਜਾਣ ਲੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਆਪ ਦੱਸੋ, ਜਿਹੜੀ ਇਹ ਖੋਟੀ ਬੁੱਧੀ ਹੈ ਕਿਵੇਂ ਨਾਸ਼ ਹੋਵੇ? ਮਹਾਰਾਜ ਮੈਨੂੰ ਕਿਵੇਂ ਮਨ ਨੂੰ ਰੋਕਣ ਦੀ ਜਿਹੜੀ ਹੈ ਉਹ ਮਹਾਰਾਜ ਮਤ ਪ੍ਰਾਪਤ ਹੋਵੇ? ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਦੱਸਦੇ ਹਨ। ਜਬ ਹੀ ਸਰਨ ਸਾਧ ਕੀ ਆਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਭਾਈ ਸਾਧੂ ਦੀ ਸ਼ਰਨ ਵਿੱਚ ਆ ਗਿਆ ਨਾ, ਜਿਹੜੇ ਸਾਧੂ ਹਰ ਵੇਲੇ ਭਜਨ ਕਰਦੇ ਐ, ਸਤ ਸੰਗਤ ਦੀ ਸ਼ਰਨ ਵਿੱਚ ਆ ਗਿਆ, ਜਿੱਥੇ ਗੁਰਬਾਣੀ ਦੀ ਕਥਾ ਹੁੰਦੀ ਹੈ, ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਹੁੰਦਾ ਹੈ, ਹਰ ਵੇਲੇ ਨਾਮ ਦੀ ਜਿਹੜੀ ਹੈ ਪ੍ਰਬਲਤਾ ਹੈ, ਜਿੱਥੇ ਸਾਧ ਸੰਗਤ ਦੇ ਅੰਦਰ ਕੋਈ ਹੋਰ ਬਚਨ ਨਹੀਂ ਚੱਲਦਾ, ਉੱਥੇ ਵਾਹਿਗੁਰੂ ਦੀ ਉਸਤਤ ਹੁੰਦੀ ਹੈ। ਮਹਾਰਾਜ ਕਹਿੰਦੇ ਜਬ ਹੀ ਸਰਨ ਸਾਧ ਕੀ ਆਇਓ, ਜਦੋਂ ਭਾਈ ਤੂੰ ਸਾਧੂਆਂ ਦੀ ਸ਼ਰਨ ਵਿੱਚ ਆ ਗਿਆ, ਤੇਰੇ ਪਿਛਲੇ ਭਾਗ ਜਾਗ ਪਏ। ਦੁਰਮਤ ਸਗਲ ਬਿਨਾਸੀ। ਫਿਰ ਦੁਰਮਤ ਖੋਟੀ ਮਤ ਜਿਹੜੀ ਸੀ ਨਾ, ਜਿਹੜੀ ਵਕਾਰਾਂ ਦਾ ਅੰਦਰ ਸਾਰਾ ਫੁਰਨਾ ਦਾ ਗੇੜਾ ਬੰਨੀ ਰੱਖਦੀ ਸੀ, ਉਹ ਦੁਰਮਤ, ਉਹ ਖੋਟੀ ਮਤ, ਜਿਸ ਮਤ ਕਰਕੇ ਮਨ ਨਹੀਂ ਸੀ ਵਸ ਹੁੰਦਾ, ਜਿਸ ਮਤ ਕਰਕੇ ਮਨ ਭਟਕਿਆ ਰਹਿੰਦਾ ਸੀ, ਭਰਮ ਹੀ ਭਰਮ ਖੋਇਓ। ਮਹਾਰਾਜ ਨੇ ਪਿਛਲੇ ਸ਼ਬਦ ਵਿੱਚ ਕਿਹਾ ਨਾ, ਇਹ ਖੋਟੀ ਮਤ ਕਰਕੇ ਭਰਮਿਆ ਰਹਿੰਦਾ ਹੈ, ਰਾਤ ਦਿਨ ਵਿਸ਼ਿਆਂ ਦੇ ਪਿੱਛੇ ਦੌੜਦਾ ਰਹਿੰਦਾ ਹੈ। ਤੇ ਕਿਸ ਤਰੀਕੇ ਨਾਲ ਰੋਕੇਗਾ? ਜਦੋਂ ਦੁਰਮਤੀ ਨਹੀਂ ਛੁੱਟ ਗਈ, ਜਦੋਂ ਖੋਟੀ ਮਤ, ਦੁਰਮਤ ਸਗਲ ਬਿਨਾਸੀ, ਸਾਰੀ ਖੋਟੀ ਮਤ ਜਦੋਂ ਨਾਸ਼ ਹੁੰਦੀ ਹੈ ਨਾ, ਉਸ ਸਮੇਂ ਮਹਾਰਾਜ ਕਹਿੰਦੇ ਨੇ ਭਾਈ ਤੈਨੂੰ ਮਨ ਨੂੰ ਰੋਕਣ ਦਾ ਤਰੀਕਾ ਲੱਭ ਪੈਣਾ ਹੈ। ਤੇ ਫਿਰ ਖੋਟੀ ਮਤ ਕਰਕੇ ਹੀ ਵੇਦ ਪ੍ਰਾਨ ਸਿਮਰਤ ਕੇ ਮਤ ਸੁਨ, ਨਿਮਖ ਨਾ ਹੀ ਇਹ ਵਸਾਵੈ। ਵੇਦਾਂ ਦੇ, ਪੁਰਾਣਾਂ ਦੇ, ਸਿਮਰਤੀਆਂ ਦੇ, ਸਾਰਿਆਂ ਦੇ ਉਪਦੇਸ਼ ਸੁਣ ਕੇ ਨਿਮਖ ਮਾਤਰ ਵੀ ਹਿਰਦੇ 'ਚ ਨਹੀਂ ਵਸਾਉਂਦਾ, ਕਿਉਂਕਿ ਦੁਰਮਤ ਹੈ, ਖੋਟੀ ਮਤ ਹੈ। ਤੇ ਇਹ ਖੋਟੀ ਮਤ ਜਦੋਂ ਛੁਟਕਦੀ ਹੈ ਨਾ, ਕਿਵੇਂ ਛੁਟਕਦੀ ਹੈ? ਜਬ ਹੀ ਸਰਨ ਸਾਧ ਕੀ ਆਇਓ। ਜਦੋਂ ਸਾਧੂਆਂ ਦੀ ਸ਼ਰਨ ਆਉਂਦਾ ਉਦੋਂ ਕੀ ਹੁੰਦਾ? ਮਾਇਆ ਦਾ ਜਿਹੜਾ ਨਸ਼ਾ ਨਾ ਉਹ ਉਤਰਦਾ ਹੈ। ਮਾਇਆ ਦੇ ਵਿੱਚ ਜਿਹੜਾ ਬਾਵਰਾ ਹੋ ਗਿਆ ਨਾ, ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਕੁਝ ਗਿਆਨ ਨਹੀਂ ਸੁਝਦਾ, ਆਪਣੇ ਸਰੂਪ ਦਾ ਗਿਆਨ ਸੁਝਣ ਲੱਗ ਜਾਂਦਾ ਹੈ। ਫਿਰ ਮਨ ਨੂੰ ਸੁੱਤੇ ਪਏ ਨੂੰ ਜਾਗ ਆਉਂਦੀ ਹੈ, ਇਹਦਾ ਕਮਲਪੁਣਾ ਜਦੋਂ ਉਤਰਦਾ ਹੈ, ਫਿਰ ਇਹਨੂੰ ਪਤਾ ਲੱਗਦਾ ਮਨਾ ਇੱਥੇ ਤੂੰ ਕਿਸੇ ਨੂੰ ਦਬਾਉਣ ਲਈ ਆਇਆ ਕਿ ਜਾਂ ਭਜਨ ਕਰਨ ਲਈ ਆਇਆ? ਸੰਸਾਰ ਵਿੱਚ ਇੱਥੇ ਤੂੰ ਪਰ ਇਸਤਰੀਆਂ ਦੇ ਰੂਪ ਵੇਖਣ ਆਇਆ ਕਿ ਜਾਂ ਨੇਤਰਾਂ ਨਾਲ ਵਾਹਿਗੁਰੂ ਦੀ ਜੋਤ ਵੇਖਣ ਆਇਆ ਹੈ? ਰਸਨਾ ਇੱਥੇ ਤੇਰੀ ਰਸ ਚਖਣ ਆਈ ਹੈ ਕਿ ਜਾਂ ਵਾਹਿਗੁਰੂ ਦੇ ਨਾਮ ਰਸ ਨੂੰ ਜਿਹੜੀ ਹੈ ਚਖਣ ਲਈ ਤੈਨੂੰ ਪ੍ਰਾਪਤ ਹੋਈ ਹੈ? ਜਦੋਂ ਫਿਰ ਸੁੱਤਾ ਪਿਆ ਮਨ ਜਾਗਦਾ ਨਾ, ਤਾਂ ਮਹਾਰਾਜ ਕਹਿੰਦੇ ਭਾਈ ਫਿਰ ਨਸ਼ਾ ਉਤਰਦਾ ਹੈ, ਗਿਆਨ ਨਾਲ ਸੋਝੀ ਆਉਂਦੀ ਹੈ। ਜਬ ਹੀ ਸਰਨ ਸਾਧ ਕੀ ਆਇਓ, ਜਦੋਂ ਸਾਧੂ ਦੀ ਸੰਗਤ ਵਿੱਚ ਆ ਜਾਂਦਾ ਹੈ, ਫਿਰ ਉਸ ਸਰੂਪ ਦਾ ਮਰਮ ਭੇਦ ਜਾਣਨ ਲੱਗ ਪੈਂਦਾ ਹੈ ਕਿ ਮੇਰੇ ਅੰਦਰ ਉਸ ਅਨੰਤ ਸ਼ਕਤੀ ਦਾ ਵਾਸ ਹੈ, ਜਿਹੜੇ ਸਾਰੇ ਬ੍ਰਹਿਮੰਡ ਨੂੰ ਹਰਕਤ ਦੇ ਰਿਹਾ ਹੈ ਨਾ, ਉਹ ਮੈਨੂੰ ਵੀ ਉਹੋ ਹੀ ਚਲਾ ਰਿਹਾ ਹੈ। ਤੂੰ ਆਪਣੀ ਵੱਖਰੀ ਉਪਾਧੀ ਨਾ ਰੱਖ। ਤੇ ਫਿਰ ਕੀ ਹੁੰਦਾ? ਦੁਰਮਤ ਸਗਲ ਬਿਨਾਸੀ, ਸਾਰੀ ਖੋਟੀ ਮਤ ਮਹਾਰਾਜ ਕਹਿੰਦੇ ਨਾਸ਼ ਹੋ ਜਾਂਦੀ ਹੈ। ਤਬ ਨਾਨਕ ਚੇਤਿਓ ਚਿੰਤਾ ਮਨ। ਜਿਹੜਾ ਸਾਰੀਆਂ ਹੀ ਚਿੰਤਾ ਦਾ ਨਾਸ਼ ਕਰ ਦਿੰਦਾ ਹੈ, ਸਾਰੀਆਂ ਚਿੰਤਾ ਜਿਹੜੀਆਂ ਚਿਤਵਨੀਆਂ ਹਨ ਉਹਨਾਂ ਨੂੰ ਪੂਰੀਆਂ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ। ਮਹਾਰਾਜ ਕਹਿੰਦੇ ਜਦੋਂ ਫਿਰ ਸੰਗਤ ਵਿੱਚ ਜੁੜ ਕਰਕੇ ਚੇਤਿਆ, ਤਬ ਨਾਨਕ ਚੇਤਿਓ ਚਿੰਤਾ ਮਨ। ਮਹਾਰਾਜ ਕਹਿੰਦੇ ਜਿਹੜਾ ਚਿੰਤਾਮਣੀ ਦੀ ਨਿਆਈ ਸਾਰੀਆਂ ਹੀ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਬਸ ਹੈ ਕਾਮ ਧੇਨਾ।
ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸੱਚੇ ਨਾਮ ਨੂੰ ਜਦੋਂ ਜਪਿਆ ਤਬ ਨਾਨਕ ਚੇਤਿਓ ਚਿੰਤਾ ਮਨ। ਤਦੋਂ ਚੇਤਿਆ ਜਦੋਂ ਦੁਰਮਤ ਸਗਲ ਬਿਨਾਸੀ। ਜਦੋਂ ਖੋਟੀ ਮਤ ਨਹੀਂ ਨਾਸ਼ ਹੋਈ ਉਦੋਂ ਚੇਤੇ ਨਹੀਂ ਕਰਦਾ ਹੈ ਮਨ। ਬਾਹਰੋਂ ਸਰੀਰ ਗੁਟਕਾ ਸਾਹਿਬ ਲੈ ਕੇ ਬੈਠ ਜਾਂਦਾ ਏ ਪਰ ਮਨ ਨਹੀਂ ਚੇਤੇ ਕਰਦਾ। ਮਨ ਤਾਂ ਫੁਰਨਿਆਂ 'ਚ ਰੋੜ ਲੈਂਦਾ, ਇੰਨੇ ਤੇਜ਼ ਹੋਰ ਫੁਰਨੇ ਹੋ ਜਾਂਦੇ, ਕਿਉਂਕਿ ਜਦੋਂ ਇਹਨੂੰ ਰੋਕਣ ਦਾ ਯਤਨ ਕਰੋ ਉਨੀ ਤੀਬਰ ਗਤੀ ਨਾਲ ਹੋਰ ਤੇਜ਼ ਚੱਲ ਪੈਂਦਾ ਹੈ। ਜਿਨ੍ਹਾਂ ਚੀਜ਼ਾਂ ਦਾ ਕਦੇ ਖਿਆਲ ਵੀ ਨਹੀਂ ਸਮਾਨ ਜ਼ਿੰਦਗੀ ਵਿੱਚ ਵਿਚਰਦਿਆਂ ਬਾਣੀ ਪੜ੍ਹਦਿਆਂ ਉਹਨਾਂ ਖਿਆਲਾਂ ਵਿੱਚ ਲੈ ਕੇ ਚਲੇ ਜਾਂਦਾ ਹੈ, ਕਿਉਂਕਿ ਇਹ ਰੁਕਣਾ ਨਹੀਂ ਚਾਹੁੰਦਾ। ਖੋਟੀ ਮਤ ਨਹੀਂ ਇਹਨੂੰ ਰੋਕਣ ਦਿੰਦੀ। ਤੇ ਮਨ ਵਸ ਕਿਵੇਂ ਆਵੇ? ਮਹਾਰਾਜ ਸਾਹਿਬ ਜੀ ਇਉਂ ਪੁੱਛਦੇ ਆ ਨਾ, ਜਗਿਆਸਾ ਜਗਿਆਸੂ ਦੀ ਦੱਸਦੇ ਹੋਏ ਮਹਾਰਾਜ ਦੇ ਕੋਲ ਸਿੱਖ ਪੁੱਛਦੇ ਨਾ ਕਿ ਮਹਾਰਾਜ ਮਨ ਮੇਰੋ ਬਸ ਨਾ ਹੈ। हे ਗੁਰੂ ਤੇਗ ਬਹਾਦਰ ਸਾਹਿਬ ਜੀ, ਮਨ ਮੇਰੇ ਵਸ ਨਹੀਂ ਆਉਂਦਾ ਸੱਚੇ ਪਾਤਸ਼ਾਹ। ਇਹ ਤਾਂ ਰਾਤ ਦਿਨ ਵਿਕਾਰਾਂ 'ਚ ਦੌੜਿਆ ਫਿਰਦਾ, ਕਿਹ ਬਿਧ ਰੋਕੋ ਤਾਂ ਹੈ। ਮਹਾਰਾਜ ਕਿਹੜੀ ਵਿਧੀ ਨਾਲ ਰੋਕਾਂ ਸੱਚੇ ਪਾਤਸ਼ਾਹ, ਆਪ ਮਿਹਰ ਕਰਕੇ ਦੱਸੋ। ਤੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਦੱਸਿਆ। ਇਹ ਮਹਾਰਾਜ ਦੀ ਸੋਰਠ ਰਾਗ ਵਿੱਚ ਬਾਣੀ ਹੈ। ਮਹਾਰਾਜ ਕਹਿੰਦੇ ਜਬ ਹੀ ਸਰਨ ਸਾਧ ਕੀ ਆਇਓ। ਜਦੋਂ ਸਾਧ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਤਾਂ ਦੁਰਮਤ ਸਗਲ ਵਿਨਾਸੀ। ਦੁਰਮਤ ਬੁੱਧੀ ਦੇ ਵਿਨਾਸ਼ਕ ਹਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਹਜੂਰ ਦੀ ਪਵਿੱਤਰ ਬਾਣੀ ਖੋਟੀ ਮਤ ਨੂੰ ਨਾਸ਼ ਕਰਨ ਵਾਲੀ ਹੈ। ਜਦੋਂ ਫਿਰ ਮਹਾਰਾਜ ਦੀ ਸੰਗਤ ਕੀਤੀ, ਸੱਚੇ ਪਾਤਸ਼ਾਹ ਜੀ ਦੀ ਬਾਣੀ ਪਿਆਰ ਲਾ ਕਰਕੇ ਪੜ੍ਹੀ, ਪ੍ਰੀਤ ਲਾ ਕੇ ਕੀਰਤਨ ਕੀਤਾ ਜਾਂ ਸੁਣਿਆ, ਪ੍ਰੇਮ ਲਾ ਕਰਕੇ ਨਿਸ਼ਕਾਮ ਹੋ ਕਰਕੇ ਕਥਾ ਕੀਤੀ ਜਾਂ ਸੁਣੀ, ਤਾਂ ਉਦੋਂ ਕੀ ਹੁੰਦਾ? ਦੁਰਮਤ ਸਗਲ ਬਿਨਾਸੀ। ਫਿਰ ਸਾਰੀ ਖੋਟੀ ਮਤ ਨਾਸ਼ ਹੋ ਜਾਂਦੀ ਹੈ। ਤਬ ਨਾਨਕ ਚੇਤਿਓ ਚਿੰਤਾ ਮਨ। ਤਦੋਂ ਮਹਾਰਾਜ ਕਹਿੰਦੇ ਭਾਈ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਜੋ ਵਾਹਿਗੁਰੂ ਦਾ ਨਾਮ ਹੈ, ਉਦੋਂ ਫਿਰ ਚੇਤਿਆ ਉਸ ਨੂੰ, ਚਿੱਤ ਲਾ ਕਰਕੇ ਪਿਆਰ ਲਾ ਕਰਕੇ ਫਿਰ ਚੇਤੇ ਕਰਦਾ ਮਨ। ਉਦੋਂ ਮਨ ਟਿਕ ਜਾਂਦਾ ਨਾਮ ਦੇ ਅੰਦਰ। ਕਾਟੀ ਜਮ ਕੀ ਫਾਸੀ। ਮੌਤ ਦੀ ਫਾਹੀ ਵੀ ਫਿਰ ਗਲ ਵਿੱਚੋਂ ਕੱਟੀ ਜਾਂਦੀ ਹੈ। ਜਮਾਂ ਦਾ ਫਾਹਾ ਜਿਹੜਾ ਗਲ ਵਿੱਚ ਪੈਣਾ ਨਾ, ਉਹ ਵੀ ਫਿਰ ਕੱਟਿਆ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਆਜ਼ਾਦ ਹੋ ਜਾਂਦਾ ਜੀਵ, ਇਹਨਾਂ ਦੇਹਾਂ ਤੋਂ ਆਜ਼ਾਦ ਹੋ ਜਾਂਦਾ ਹੈ, ਸਦਾ ਸਦਾ ਲਈ ਅਮਰ ਹੋ ਜਾਂਦਾ, ਅਬਨਾਸੀ ਪਦ ਨੂੰ ਪਹੁੰਚ ਜਾਂਦਾ। ਕਿੱਥੋਂ ਮਹਾਰਾਜ ਕੱਢ ਲੈਂਦੇ ਆ ਜਿਹੜਾ ਰਾਤ ਦਿਨ ਵਿਸ਼ਿਆਂ 'ਚ ਦੌੜਿਆ ਫਿਰਦਾ ਮਨ। ਪਰਾਏ ਧਨ ਤੇ ਪਰ ਇਸਤਰੀ ਦੇ ਰਸ ਵਿੱਚ ਲੱਗਿਆ ਹੋਇਆ ਮਨ, ਮਾਇਆ ਦੇ ਵਿੱਚ ਬਾਵਰਾ ਹੋਇਆ ਮਨ, ਜਿਹਨੂੰ ਕੁਝ ਵੀ ਗਿਆਨ ਨਹੀਂ ਸੁਝਦਾ, ਵਾਹਿਗੁਰੂ ਦੇ ਸਰੂਪ ਦਾ ਮਰਮ ਭੇਦ ਤੱਕ ਨਹੀਂ ਜਾਣਦਾ। ਪਰ ਜਬ ਹੀ ਸਰਨ ਸਾਧ ਕੀ ਆਇਓ, ਜਦੋਂ ਸਤ ਸੰਗਤ ਦੀ ਸ਼ਰਨ ਵਿੱਚ ਆ ਗਿਆ, ਉਦੋਂ ਇਹ ਸਾਰੀ ਖੋਟੀ ਮਤ ਨਾਸ਼ ਹੋ ਜਾਂਦੀ ਹੈ। ਵਾਹਿਗੁਰੂ ਦੇ ਪਿਆਰ ਵਿੱਚ ਚਿੱਤ ਜੁੜ ਜਾਂਦਾ ਹੈ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਜਦੋਂ ਪਿਆਰ ਨਾਲ ਮਹਾਰਾਜ ਕਹਿੰਦੇ ਤਬ ਨਾਨਕ ਚੇਤਿਓ ਚਿੰਤਾ ਮਨ, ਤੇ ਫਿਰ ਕੀ ਹੁੰਦਾ? ਕਾਟੀ ਜਮ ਕੀ ਫਾਸੀ। ਫਿਰ ਜਮ ਦੀ ਫਾਹੀ ਕੱਟੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹੋ ਜੀ ਕਲਾ ਵਰਤਾਉਂਦੇ ਆ। ਇਹ ਦੋ ਸ਼ਬਦ ਅੱਜ ਸੰਪੂਰਨ ਹੋਏ ਹੈ। ਮਹਾਰਾਜ ਜੀ ਨੇ ਇਹਨਾਂ ਦੋਹਾਂ ਸ਼ਬਦਾਂ ਦਾ ਪ੍ਰਕਰਣ ਬੇਨਤੀ ਕਰਨ ਦੀ ਸੱਚੇ ਪਾਤਸ਼ਾਹ ਜਾਚ ਦੱਸੀ ਹੈ। ਗਰੀਬ ਨਵਾਜ ਜੀ ਨੇ ਪਹਿਲਾਂ ਮਾਈ ਮੈਂ ਕਿਹ ਬਿਧ ਲਖੋਂ ਗੁਸਾਈ, ਦੂਸਰਾ ਸ਼ਬਦ ਹੈ ਮਾਈ ਮਨ ਮੇਰੋ ਬਸ ਨਾ ਹੈ। ਮਹਾਰਾਜ ਮਨ ਵਸ ਨਹੀਂ ਆਉਂਦਾ, ਵਾਹਿਗੁਰੂ ਨੂੰ ਕਿਵੇਂ ਲੱਖ ਸਕੀਦਾ ਹੈ? ਸਤਿਗੁਰੂ ਜੀ ਨੇ ਦੋਹਾਂ ਸ਼ਬਦਾਂ ਦੇ ਅੰਦਰ ਅਰਦਾਸ ਕਰਨ ਦੀ ਜਾਚ ਦੱਸੀ ਹੈ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਬਖਸ਼ ਦਿਓ। ਤੇ ਜਦੋਂ ਸ਼ਰਨ ਪੈ ਕਰਕੇ ਵਾਹਿਗੁਰੂ ਦਾ ਨਾਮ ਪਿਆਰ ਨਾਲ ਜਪਿਆ, ਹਜੂਰ ਕਹਿੰਦੇ ਉਸੇ ਵੇਲੇ ਜਮਾਂ ਦੀਆਂ ਫਾਹੀਆਂ ਗਲੋਂ ਕੱਟੀਆਂ ਜਾਣਗੀਆਂ। ਇਹ ਸਤਿਗੁਰੂ ਜੀ ਨੇ ਪਾਵਨ ਸਿੱਖਿਆ ਮਹਾਰਾਜ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ,
ਕਾਟੀ ਜਮ ਕੀ ਫਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰ ਨਾਨਕ ਆਵੈ ਧਾਏ, ਕਰ ਨਾਨਕ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਕਰ ਨਾਨਕ ਆਵੈ ਧਾਏ, ਕਰ ਨਾਨਕ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।